Hello everyone, welcome to Victor's Knowledge. This is Chinu Sharma. So ਅੱਜ ਆਪਾਂ ਪੋਲਿਟੀ ਦਾ ਤੀਜਾ ਇੰਪੋਰਟੈਂਟ ਲੈਕਚਰ ਕਰਨ ਜਾ ਰਹੇ ਹਾਂ ਤੇ ਇਹਦੇ ਅੰਦਰ ਜਿਹੜੇ ਆਪਾਂ ਟੌਪਿਕਸ ਕਵਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੁਝ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ ਇੰਪੋਰਟੈਂਟ ਪਾਰਟਸ ਦੇਖਾਂਗੇ ਕਿ ਕਿਹੜੇ ਪਾਰਟਸ ਦੇ ਵਿੱਚ ਕੀ ਹੈ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਸੋ ਸਾਰੇ ਪਾਰਟਸ ਦਾ ਨੰਬਰ ਤੇ ਉਹਨਾਂ ਦੀ ਹੈਡਿੰਗ ਇਹ ਆਪਣੇ ਲਈ ਬਹੁਤ ਜ਼ਰੂਰੀ ਹੈ ਤਿਆਰ ਕਰਨਾ, ਕਿਉਂਕਿ ਪੇਪਰ ਸਿੱਧੇ ਕੁਐਸਚਨ ਪੁੱਛੇ ਹੁੰਦੇ ਨੇ ਕਿ ਫੰਡਾਮੈਂਟਲ ਰਾਈਟ ਸੰਵਿਧਾਨ ਦੇ ਕਿਹੜੇ ਪਾਰਟਸ ਨੇ। ਸੋ ਜਿਵੇਂ ਪਾਰਟ 3 ਪਾਰਟ 4 ਇਹ ਸਾਰਾ ਕੁਝ ਤੁਹਾਨੂੰ ਅਲੱਗ ਤੋਂ ਪਤਾ ਹੋਣਾ ਚਾਹੀਦਾ। ਫਿਰ ਆਪਾਂ ਇਹਨਾਂ ਪਾਰਟਸ ਦੇ ਵਿੱਚ एग्जाम पॉइंट ऑफ व्यू तो जो इंपॉर्टेंट आर्टिकल्स ने कि केड़ा आर्टिकल किस चीज नाल डील करता है, सो वो आर्टिकल नंबर ते उन्हां दे हेड्स देखांगे। लास्ट विच सब तो इंपॉर्टेंट टॉपिक जिहदे विचों डेफिनेटली पेपर च क्वेश्चन आउंदा दैट इज अमेंडमेंट। सो ਹੁਣ ਆਪਾਂ 1 ਬਾय 1 ਦੇਖਾਂਗੇ ਕਿ ਕਿਹੜੇ ਪਾਰਟ ਦੇ ਵਿੱਚ ਕਿੰਨੇ ਆਰਟੀਕਲਸ ਨੇ ਤੇ ਉਹ ਕਿਸ ਚੀਜ਼ ਨਾਲ ਡੀਲ ਕਰਦਾ। ਸੋ ਆਪਾਂ ਨੂੰ ਪਤਾ ਜਿਹੜਾ ਸੰਵਿਧਾਨ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਪ੍ਰੀਐਮਬਲ ਤੋਂ। ਪ੍ਰੀਐਮਬਲ ਕੀ ਹੈ? ਉਹਦੀ ਇੰਟਰੋਡਕਸ਼ਨ ਹੈ। ਉਸ ਤੋਂ ਬਾਅਦ ਜਿੱਥੋਂ ਤੋਂ ਆਰਟੀਕਲ 1 ਸ਼ੁਰੂ ਹੋ ਜਾਂਦਾ ਹੈ ਸੰਵਿਧਾਨ ਦੀ ਸ਼ੁਰੂਆਤ ਹੁੰਦੀ ਹੈ ਪਾਰਟ 1। ਉਹ ਡੀਲ ਕਰਦਾ ਯੂਨੀਅਨ ਤੇ ਉਹਦੀਆਂ ਟੈਰੀਟਰੀਜ਼ ਦੇ ਨਾਲ। ਭਾਰਤ ਦੇਸ਼ ਬਾਰੇ ਗੱਲ ਹੋ ਰਹੀ ਹੈ ਕਿ ਭਾਰਤ ਸਟੇਟਸ ਦਾ ਇਕੱਠ ਹੈ, ਜੋੜ ਹੈ, ਯੂਨੀਅਨ ਹੈ ਸਟੇਟਸ ਦਾ, ਸਟੇਟਸ ਨੂੰ ਮਿਲ ਕੇ ਭਾਰਤ ਦੇਸ਼ ਬਣਦਾ। ਇੰਡੀਆ दैट इज भारत। सो भारत नाम प्रॉपर वर्ड यूज किया गया है। उस तो बाद टैरिटरीज बारे दस्सिया गया कि कोई स्टेट किसी दे विच जाके जे मिलदी है तो ओदा की प्रोसीजर है। भारत दे विचों कोई स्टेट वख नहीं हो सकती। सो ये सारियां चीज़ां ने जिहड़ियां आर्टिकल 1 तो लैके 4 तक इन्हां दी गल हुंदी है। फिर आउंदी है अपने देश की नागरिकता की गल। आपां ने टैरिटरी की गल कर ली, अपने देश की बाउंड्री की है, भारत की है। ਹੁਣ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗੱਲ ਹੋ ਰਹੀ ਹੈ। ਆਪਣੇ ਦੇਸ਼ ਦੀ ਨਾਗਰਿਕਤਾ ਦੀ ਕਿਹਨੂੰ ਨਾਗਰਿਕਤਾ ਮਿਲੂ, ਕੌਣ ਪਾਕਿਸਤਾਨ ਤੋਂ ਕਿੰਨੀ ਤਰੀਕ ਨੂੰ ਭਾਰਤ ਵਿੱਚ ਆਇਆ ਜਾਂ ਭਾਰਤ ਤੋਂ ਗਿਆ ਜਿਹਦੀ ਨਾਗਰਿਕਤਾ ਨਹੀਂ ਰਹੀ। ਵੋਲੰਟੈਰੀਲੀ ਜੇ ਕੋਈ ਕਿਸੇ ਹੋਰ ਬਾਹਰਲੀ ਕੰਟਰੀ ਦੀ ਰੈਜ਼ੀਡੈਂਸੀ ਲੈ ਲੈਂਦਾ ਹੈ, ਸਿਟੀਜ਼ਨਸ਼ਿਪ ਲੈ ਲੈਂਦਾ ਹੈ, ਤਾਂ ਉਹਦੇ ਨਾਲ ਭਾਰਤ ਦੀ ਸਿਟੀਜ਼ਨਸ਼ਿਪ ਨਾਗਰਿਕਤਾ ਕਿਵੇਂ ਡਿਸੋਲਵ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ ਪਾਰਟ 2 ਦੇ ਅੰਦਰ। ਸਿਟੀਜ਼ਨਸ਼ਿਪ ਆਰਟੀਕਲ 5 ਤੋਂ 11। ਫਿਰ ਹੁਣ ਆਪਣੇ ਦੇਸ਼ 'ਚ ਆਪਾਂ ਜਿਹੜੇ ਸਿਟੀਜ਼ਨ ਰਹਿ ਰਹੇ ਹਾਂ, ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਕੋਲ ਕੁਝ ਮੌਲਿਕ ਅਧਿਕਾਰ ਨੇ, ਉਹਨਾਂ ਦੀ ਗੱਲ ਹੋ ਰਹੀ ਹੈ ਤੀਜੇ ਨੰਬਰ ਤੇ। ਸੋ ਇਹ ਜੇ ਤੁਸੀਂ ਇਸੇ ਤਰ੍ਹਾਂ ਤਰਤੀਬਵਾਰ ਇੱਕ ਸਟੋਰੀ ਕਹਾਣੀ ਦੀ ਤਰ੍ਹਾਂ ਯਾਦ ਰੱਖੋਗੇ ਤਾਂ ਡੈਫੀਨੇਟਲੀ ਤੁਸੀਂ ਪੇਪਰ ਵਿੱਚ ਇਹਨਾਂ ਦਾ ਨੰਬਰ ਨਹੀਂ ਭੁੱਲੋਗੇ। ਸੋ ਫੰਡਾਮੈਂਟਲ ਰਾਈਟਸ ਜਿਹਦੇ ਬਾਰੇ ਬਾਰ-ਬਾਰ ਪੇਪਰ 'ਚ ਡਾਇਰੈਕਟਲੀ ਕੁਐਸਚਨ ਆਉਂਦਾ ਕਿ ਕਿਹੜੇ ਪਾਰਟ ਦੇ ਅੰਦਰ ਫੰਡਾਮੈਂਟਲ ਰਾਈਟਸ ਦੀ ਗੱਲ ਹੁੰਦੀ ਹੈ। ਸੋ ਆਰਟੀਕਲ 12 ਤੋਂ 35 ਗੱਲ ਕਰਦੇ ਨੇ ਫੰਡਾਮੈਂਟਲ ਰਾਈਟ ਪਾਰਟ 3 ਦੀ। ਫਿਰ ਹੁਣ ਆਪਣੇ ਕੋਲ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਕੋਲ ਕੁਝ ਰਾਈਟਸ ਨੇ, ਠੀਕ ਹੈ। ਉਸ ਤੋਂ ਬਾਅਦ ਹੁਣ ਜਿਹੜੀ ਸਰਕਾਰ ਹੈ ਆਪਣੇ ਦੇਸ਼ ਨੂੰ ਚਲਾ ਰਹੀ ਹੈ, ਸਟੇਟ ਹੈ, ਗਵਰਨਮੈਂਟ ਹੈ, ਉਹਦੀ ਵੀ ਕੁਝ ਰਿਸਪੌਂਸਿਬਿਲਿਟੀ ਬਣਦੀ ਹੈ ਜਿਹਦੇ ਬਾਰੇ ਪਾਰਟ 4 ਦੇ ਅੰਦਰ ਗੱਲ ਹੋ ਰਹੀ ਹੈ। ਆਪਣੇ ਦੇਸ਼ ਨੂੰ ਇੱਕ ਵੈਲਫੇਅਰ ਸਟੇਟ ਬਣਾਉਣ ਦੇ ਲਈ ਹਰ ਤਰੀਕੇ ਤੋਂ ਸੋਸ਼ਲੀ, ਇਕਨੋਮਿਕਲੀ, ਪੋਲੀਟੀਕਲੀ ਲੋਕਾਂ ਦੇ ਨਾਲ ਇਨਸਾਫ ਹੋਵੇ, ਲੋਕ ਸਹੀ ਤਰੀਕੇ ਨਾਲ ਰਹਿਣ, ਗਰਾਊਂਡ ਲੈਵਲ ਦੀ ਗੱਲ ਹੋ ਰਹੀ ਹੈ, ਵਿਲੇजेस ਦੀ, ਪੰਚਾਇਤ ਦੀ। ਸੋ ਇਹ ਸਾਰੀਆਂ ਚੀਜ਼ਾਂ ਦੀ ਗੱਲ ਹੁੰਦੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਪਾਰਟ 4 36 ਤੋਂ 51। ਉਸ ਤੋਂ ਬਾਅਦ ਸੰਵਿਧਾਨ ਤਿਆਰ ਕਰਨ ਤੋਂ ਕੁਝ ਸਾਲਾਂ ਬਾਅਦ ਦੇਸ਼ ਦੀ ਸਰਕਾਰ ਨੂੰ ਲੱਗਿਆ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸੰਵਿਧਾਨ ਦੇ ਵਿੱਚ ਐਡ ਕਰਨੀਆਂ ਰਹਿ ਗਈਆਂ। ਕੁਝ ਇਹੋ ਜਿਹੀਆਂ ਡਿਊਟੀਜ਼ ਨੇ, ਰਿਸਪੌਂਸਿਬਿਲਿਟੀਜ਼ ਨੇ ਦੇਸ਼ ਦੇ ਨਾਗਰਿਕਾਂ ਦੀ, ਆਪਾਂ ਸਾਰਿਆਂ ਦੀ, ਜੋ ਨਿਭਾਉਣੀ ਬਹੁਤ ਜ਼ਰੂਰੀ ਹੈ। ਜਿਵੇਂ ਵਾਤਾਵਰਣ ਦਾ ਧਿਆਨ ਰੱਖਣਾ, ਕੋਈ ਪਬਲਿਕ ਪਲੇਸ ਨੂੰ ਆਪਾਂ ਨੇ ਨੁਕਸਾਨ ਨਹੀਂ ਪਹੁੰਚਾਉਣਾ, ਦੇਸ਼ ਦਾ ਜਿਵੇਂ ਰਾਸ਼ਟਰੀ ਝੰਡਾ ਹੈ ਉਹਦਾ ਸਨਮਾਨ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਲਈ ਕੁਝ ਸਮੇਂ ਬਾਅਦ ਅਮੈਂਡਮੈਂਟ ਕਰਕੇ ਪਾਰਟ 4 ਇਹ ਐਡ ਕਰਤਾ ਫੰਡਾਮੈਂਟਲ ਡਿਊਟੀਜ਼, ਜਿਨ੍ਹਾਂ ਲਈ ਸੈਕਸ਼ਨ ਹੈ ਆਰਟੀਕਲ ਹੈ 51A। ਸੋ ਆਰਟੀਕਲ 51A ਦੇ ਅੰਦਰ ਟੋਟਲ 11 ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਪਾਰਟ 4A ਦੇ ਅੰਦਰ ਨੇ। ਤੇ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਸੀ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਤੋਂ ਬਾਅਦ। ਸੋ ਇਹ ਨਾਮ ਵੀ ਆਪਾਂ ਯਾਦ ਰੱਖਣਾ। ਫਿਰ ਉਸ ਤੋਂ ਬਾਅਦ ਹੁਣ ਅਲੱਗ-ਅਲੱਗ ਤੋਂ ਗੱਲ ਆਉਂਦੀ ਹੈ ਕਿ ਜਿਹੜਾ ਆਪਣਾ ਦੇਸ਼ ਹੈ, ਆਪਾਂ ਨੂੰ ਪਤਾ ਹੈ ਪਾਰਲੀਮੈਂਟਰੀ ਫਾਰਮ ਆਫ ਸਿਸਟਮ ਹੈ, यूनियन भी है, उरे स्टेट्स का भी रोल है। सब तो पहला हेड कौन है? यूनियन। मोडी कौन है? यूनियन, जिहड़ा पूरे देश नूं मिल के चलाउंदा। फिर आउंदियां ने स्टेट। सो सब तो पहला है फिर 5वें पार्ट दे अंदर यूनियन, आर्टिकल 52 तो 151 उरे प्रेजिडेंट की गल हुंदी है, प्राइम मिनिस्टर की,
ਕਾਉਂਸਲ ਦੀ, ਅਟਾਰਨੀ ਜਨਰਲ ਆਫ ਇੰਡੀਆ ਦੀ। ਉਸ ਤੋਂ ਬਾਅਦ ਪਾਰਟ 6 ਸਟੇਟ, ਗਵਰਨਰ, ਚੀਫ ਮਿਨਿਸਟਰ ਦੇ ਜਿਹੜੇ ਕਾਉਂਸਲ ਹੈ, ਲੈਜਿਸਲੇਟਿਵ ਅਸੈਂਬਲੀ ਦਾ ਆਪਣੇ ਕੈਬਨਿਟ ਮਿਨਿਸਟਰ ਨੇ, ਨਾਲ ਐਡਵੋਕੇਟ ਜਨਰਲ ਆਫ ਇੰਡੀਆ। ਸੋ ਇਹ ਸਾਰੇ ਆਉਂਦੇ ਨੇ ਇਸ ਲੈਵਲ ਉੱਤੇ, ਸਟੇਟ ਲੈਵਲ ਉੱਤੇ। ਦੈਨ ਕਮ ਪਾਰਟ 7 ਜਿਹੜਾ ਹੁਣ ਰੱਦ ਹੋ ਚੁੱਕਿਆ, 238 ਆਰਟੀਕਲ ਰਿਪੀਲ ਕਰਤਾ, ਇਹਦੀ ਹੁਣ ਲੋੜ ਨਹੀਂ ਹੈ। ਫਿਰ ਪਾਰਟ 8 ਦੇ ਅੰਦਰ ਯੂਨੀਅਨ ਟੈਰੀਟਰੀਜ਼ ਦੀ ਗੱਲ ਹੋ ਰਹੀ ਹੈ, ਯੂਟੀਜ਼ ਦੀ, ਜਿਵੇਂ ਚੰਡੀਗੜ੍ਹ ਹੋ ਗਿਆ, ਦਿੱਲੀ ਹੋ ਗਿਆ, 239 to 242 ਆਰਟੀਕਲ। ਪਾਰਟ 9 ਦੇ ਅੰਦਰ ਫਿਰ ਹੁਣ ਆਪਾਂ ਪਿੰਡਾਂ ਦੇ ਲੈਵਲ ਤੇ ਆ ਗਏ, ਪੰਚਾਇਤ ਦੀ ਗੱਲ ਹੋ ਰਹੀ ਹੈ 243 ਤੋਂ 243 ਓ। ਫਿਰ ਪਾਰਟ 9A ਆਪਾਂ ਨੇ ਪਿੰਡਾਂ ਦੀ ਗੱਲ ਕਰ ਲਈ, ਰੂਰਲ ਲੈਵਲ ਦੀ ਜਿਹੜੀ ਲੋਕਲ ਬਾਡੀਜ਼ ਦੀ ਉਹਦੀ ਗੱਲ ਹੋ ਗਈ। ਹੁਣ ਇੱਕ ਹੋਰ ਤਰ੍ਹਾਂ ਦੀ ਛੋਟੀ ਜੀ ਸਰਕਾਰ ਹੈ ਅਰਬਨ ਲੈਵਲ ਤੇ ਜਿਹੜੀ ਕੰਮ ਕਰਦੀ ਹੈ, ਅਰਬਨ ਲੋਕਲ ਗਵਰਨਮੈਂਟ ਹੈ, ਜਿਹਦੇ ਵਿੱਚ ਮਿਊਨਿਸਪੈਲਿਟੀਜ਼ ਹੁੰਦੀਆਂ ਨੇ, ਵਾਰਡਸ ਦਾ ਧਿਆਨ ਰੱਖਿਆ ਜਾਂਦਾ। ਸੋ ਅਰਬਨ ਸ਼ਹਿਰੀ ਖੇਤਰਾਂ ਦੇ ਵਿੱਚ ਲੋਕਲ ਲੈਵਲ ਉੱਤੇ ਜਿਹੜਾ ਕੰਮਕਾਜ ਹੁੰਦਾ, ਸਾਰੀ ਗਵਰਨੈਂਸ ਚੱਲਦੀ ਹੈ, ਉਹਦੇ ਲਈ ਪਾਰਟ 9A ਹੈ ਦ ਮਿਊਨਿਸਪੈਲਿਟੀਜ਼, ਆਰਟੀਕਲ 243 ਤੋਂ 243 ZG। ਫਿਰ ਕੋਆਪਰੇਟਿਵ ਸੁਸਾਇਟੀਜ਼, ਇਹਨਾਂ ਨੂੰ ਵੀ ਹੁਣ ਪ੍ਰੋਪਰ ਮਾਨਤਾ ਪ੍ਰਾਪਤ ਹੋ ਗਈ। ਸਰਕਾਰ ਨੇ ਕਹਿਤਾ ਕਿ ਕੋਆਪਰੇਟਿਵ ਸੁਸਾਇਟੀਜ਼ ਦਾ ਧਿਆਨ ਰੱਖਣਾ, ਇਹਨਾਂ ਦੀ ਪ੍ਰੋਟੈਕਸ਼ਨ ਕਰਨਾ ਆਪਣੀ ਜ਼ਿੰਮੇਵਾਰੀ ਹੈ। 9B ਇਹਦੇ ਲਈ ਅਲੱਗ ਤੋਂ ਐਡ ਕਰਤਾ ਪਾਰਟ, ਆਰਟੀਕਲ ZH ਤੋਂ ਲੈ ਕੇ 243 ZT ਤੱਕ। ਫਿਰ ਉਸ ਤੋਂ ਬਾਅਦ ਆਉਂਦੇ ਨੇ ਖੇਤਰ ਜਿਹੜੇ ਥੋੜੇ ਟ੍ਰਾਈਬਲ ਆਦੀਵਾਸੀ ਵਾਲੇ ਏਰੀਆਜ਼ ਨੇ, ਸ਼ਡਿਊਲਡ ਏਰੀਆਜ਼ ਨੇ, ਸੋ ਉਹਨਾਂ ਲਈ ਹੈ ਪਾਰਟ 10 244 ਤੋਂ 244A। ਦੈਨ ਹੁਣ ਆਪਾਂ ਨੇ ਇਹ ਦੇਖ ਲਿਆ ਕਿ ਯੂਨੀਅਨ ਦੀ ਸਰਕਾਰ ਕੀ ਹੈ, ਸਟੇਟ ਦੀ ਸਰਕਾਰ ਕੀ ਹੈ, ਉਹਦੇ ਵਿੱਚ ਨੀਚੇ ਵਾਲੇ ਲੈਵਲ ਤੱਕ ਕੌਣ ਆਊਗਾ। ਹੁਣ ਯੂਨੀਅਨ ਤੇ ਸਟੇਟ ਨੇ ਆਪਸ ਚ ਮਿਲ ਕੇ ਕੋਆਪਰੇਸ਼ਨ ਦੇ ਨਾਲ ਕੰਮ ਕਿਵੇਂ ਕਰਨਾ, ਇਹਨਾਂ ਦਾ ਰਿਸ਼ਤਾ ਕੀ ਹੈ। ਸੋ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟ, ਪਾਰਟ 11 245 ਤੋਂ 263। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੇਸ਼ ਦੇ ਅੰਦਰ ਪ੍ਰੋਪਰਟੀਜ਼ ਦੀ ਕਿਵੇਂ ਸਾਰੀ ਐਲੋਕੇਸ਼ਨ ਹੋਣੀ ਆ, ਫਾਈਨੈਂਸ ਕਿਵੇਂ ਚੱਲੂਗਾ, ਕੰਟਰੈਕਟ, ਸੂਟ, ਪਾਰਟੀਜ਼, ਜੇ ਕੋਈ ਸਰਕਾਰ ਦੇ ਨਾਲ ਕੰਟਰੈਕਟ ਕਰਨੇ ਨੇ ਤਾਂ ਉੱਥੇ ਜਵਾਬਦੇਹੀ ਕੌਣ ਹੋਊਗਾ, ਕੀ ਤੁਸੀਂ ਸਰਕਾਰ ਦੇ ਜੇ ਏਜੰਟ ਦੀ ਗਲਤੀ ਹੋਗੀ ਤਾਂ ਸਰਕਾਰ ਉੱਤੇ ਕੇਸ ਕਰ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਲਈ ਪਾਰਟ ਹੈ ਆਪਣੇ ਕੋਲ 12 264 ਤੋਂ ਲੈ ਕੇ 300A ਤੱਕ। ਫਿਰ ਪਾਰਟ 13 ਟ੍ਰੇਡ, ਕਮਰਸ, ਇੰਟਰਕੋਰਸ ਵਿਦ ਇਨ ਦ ਟੈਰੀਟਰੀ ਆਫ ਇੰਡੀਆ, ਆਪਣੇ ਦੇਸ਼ ਦੇ ਅੰਦਰ ਕਾਰੋਬਾਰ, ਕੰਮਕਾਜ ਕਿਵੇਂ ਚਲਾਉਣਾ, ਇੰਡਸਟਰੀ ਕਿਵੇਂ ਚੱਲੂ, 301 ਤੋਂ 307 ਆਰਟੀਕਲ। ਪਾਰਟ 14 ਗੱਲ ਕਰਦਾ ਯੂਨੀਅਨ ਤੇ ਸਟੇਟ ਦੇ ਅੰਦਰ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ, ਜਿਵੇਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ, ਦੈਨ ਸਟੇਟ ਲੈਵਲ ਦੀਆਂ ਨੇ, ਜਿਵੇਂ ਆਪਣੀ ਪੰਜਾਬ ਦੀ ਹੈ PPSC। ਸੋ ਇਸ ਤਰੀਕੇ ਨਾਲ ਕਿਵੇਂ ਇਹ ਕੰਮ ਕਰਦੀਆਂ ਨੇ, 308 ਤੋਂ 323 ਤੱਕ। ਫਿਰ ਆਉਂਦੇ ਨੇ ਟ੍ਰਾਈਬਿਊਨਲ, ਪਾਰਟ 14A ਦੇ ਅੰਦਰ, ਇਹ ਵੀ ਅਮੈਂਡਮੈਂਟ ਕਰਕੇ ਐਡ ਕੀਤੇ ਨੇ, ਦੋ ਆਰਟੀਕਲ ਨੇ 323A ਤੇ 323B। ਜਿਹੜੇ ਕੁਝ ਇਹੋ ਜਿਹੇ ਕੇਸ ਨੇ ਜਿਨ੍ਹਾਂ ਨੂੰ ਅਲੱਗ ਤੋਂ ਧਿਆਨ ਦੇਣ ਦੀ ਲੋੜ ਹੈ, ਜਿਵੇਂ এনवायरमेंट ਨੂੰ ਲੈ ਕੇ ਜਾਂ ਕੋਈ ਹੋਰ ਐਡਮਿਨਿਸਟ੍ਰੇਸ਼ਨ ਨੂੰ, ਕੰਪਨੀਆਂ ਨੂੰ ਲੈ ਕੇ। ਸੋ ਜਿਵੇਂ ਕੰਪਨੀ ਦੇ ਟ੍ਰਾਈਬਿਊਨਲ ਬਣਾਏ ਹੋਏ ਨੇ ਦੇਸ਼ ਦੇ ਅੰਦਰ, ਲੇਬਰ ਦੇ ਨੇ ਜਿਹੜੇ ਲੇਬਰ ਡਿਸਪਿਊਟ ਨੂੰ ਹੈਂਡਲ ਕਰਦੇ ਨੇ। ਉਸ ਤੋਂ ਬਾਅਦ ਜਿਵੇਂ NGT ਹੈ, ਨੈਸ਼ਨਲ ਗ੍ਰੀਨ ਟ੍ਰਾਈਬਿਊਨਲ। ਸੋ ਇਹ ਸਾਰੇ ਟ੍ਰਾਈਬਿਊਨਲਸ ਅਲੱਗ ਤੋਂ ਸਪੀਡੀ ਡਿਸਪੋਜ਼ਲ ਕਰਦੇ ਨੇ। ਇਹਨਾਂ ਨੇ ਕੋਰਟਸ ਦਾ, ਜੁਡੀਸ਼ਰੀ ਦਾ ਜਿਹੜਾ ਬਰਡਨ ਹੈ ਉਹਨੂੰ ਬਹੁਤ ਜ਼ਿਆਦਾ ਘਟਾਇਆ। ਫਿਰ ਆਉਂਦੀਆਂ ਨੇ ਇਲੈਕਸ਼ਨਸ, ਆਪਾਂ ਨੇ ਸਾਰੀਆਂ ਗੱਲਾਂ ਕਰ ਲਈਆਂ, ਸਰਕਾਰ ਦੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ। ਹੁਣ ਸਰਕਾਰਾਂ ਨੂੰ ਚੁਣਿਆ ਕਿਵੇਂ ਜਾਊਗਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੋ ਹੈਡ ਹੈ ਉਹਦੇ ਬਾਰੇ ਗੱਲ ਹੁੰਦੀ ਹੈ। ਸੋ ਉਹਦੇ ਲਈ ਹੈ ਪਾਰਟ 15 324 ਤੋਂ 329 ਇਹ ਆਰਟੀਕਲ। ਤੇ ਇਹ ਜਿਹੜਾ ਪਾਰਟ ਹੈ ਇਹ ਵੀ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਲਈ MCQ ਦੀ ਫਾਰਮ ਚ ਡਾਇਰੈਕਟਲੀ ਪੇਪਰ ਚ ਪੁੱਛਿਆ ਜਾਂਦਾ। ਨੈਕਸਟ ਹੈ ਪਾਰਟ 16, ਕੁਝ ਸਰਟਨ ਅਲੱਗ ਤੋਂ ਕੁਝ ਕਲਾਸਿਸ ਦੇ ਲੋਕ ਨੇ ਜਿਵੇਂ SC ST, ਉਹਨਾਂ ਦੇ ਲਈ ਪ੍ਰੋਵੀਜ਼ਨ ਨੇ 330 ਤੋਂ 342। ਫਿਰ ਆਉਂਦੀ ਹੈ ਆਫੀਸ਼ੀਅਲ ਲੈਂਗੁਏਜ, ਦੇਸ਼ ਦੇ ਅੰਦਰ ਕੋਈ ਸਰਕਾਰੀ ਕੰਮਕਾਜ ਆ ਉਹਦੇ ਲਈ ਕਿਹੜੀ ਭਾਸ਼ਾ ਦੀ ਵਰਤੋਂ ਕਰਨੀ ਹੈ। ਆਜ਼ਾਦੀ ਤੋਂ, ਪਾਰਟੀਸ਼ਨ ਤੋਂ ਕਿੰਨੇ ਸਾਲ ਤੱਕ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨੀ ਸੀ ਆਪਾਂ ਨੇ ਹਰ ਅਫੀਸ਼ੀਅਲ ਕੰਮ ਦੇ ਲਈ, ਹਿੰਦੀ ਲੈਂਗੁਏਜ ਦੀ ਕੀ ਪੋਜੀਸ਼ਨ ਹੈ। ਸੋ ਇਹ ਸਾਰੀ ਗੱਲਾਂ ਹੁੰਦੀਆਂ ਨੇ 343 ਤੋਂ 351 ਦੇ ਅੰਦਰ। ਪਾਰਟ 17 ਪਾਰਟ 18 ਗੱਲ ਕਰਦਾ ਜੇ ਦੇਸ਼ ਦੇ ਅੰਦਰ ਕੋਈ ਇਹੋ ਜਿਹੀ ਸਿਚੁਏਸ਼ਨ ਆ ਜੇ ਜਿਹਦੇ ਲਈ ਆਪਾਂ ਤਿਆਰ ਨਹੀਂ ਸੀ, ਕੋਈ ਐਮਰਜੈਂਸੀ ਆ ਜੇ। ਤਿੰਨ ਤਰ੍ਹਾਂ ਦੀਆਂ ਐਮਰਜੈਂਸੀਜ਼ ਦੀ ਗੱਲ ਕੀਤੀ ਗਈ ਹੈ, ਨੈਸ਼ਨਲ, ਸਟੇਟ, ਫਾਈਨੈਂਸ਼ੀਅਲ। ਸੰਵਿਧਾਨ ਦੇ ਅੰਦਰ ਉਹਨਾਂ ਦੇ ਲਈ ਪ੍ਰੋਵੀਜ਼ਨ ਨੇ ਪਾਰਟ 18 ਵਿੱਚ 352 ਤੋਂ 360 ਆਰਟੀਕਲ ਡੀਲ ਕਰਦੇ ਨੇ ਐਮਰਜੈਂਸੀ ਨਾਲ। ਫਿਰ ਕੁਝ ਰੈਂਡਮ ਪ੍ਰੋਵੀਜ਼ਨ ਨੇ ਜਿਨ੍ਹਾਂ ਦੀ ਕਿਤੇ ਹੋਰ ਗੱਲ ਨਹੀਂ ਹੋ ਰਹੀ, ਉਹ ਮਿਸਲੇਨੀਅਸ ਵਿੱਚ ਪਾਤੇ ਮਿਕਸ ਪ੍ਰੋਵੀਜ਼ਨਸ ਪਾਰਟ 19 ਦੇ ਅੰਦਰ।
ਪਾਰਟ 20 ਗੱਲ ਕਰਦਾ ਕਿ ਸੰਵਿਧਾਨ ਦੇ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ, ਕੋਈ ਤਬਦੀਲੀ ਲੈ ਕੇ ਆਉਣੀ ਹੈ, ਉਹਦੀ ਕੀ ਪ੍ਰੋਸੀਜਰ ਹੋਊਗਾ, ਕਿਹੜੀਆਂ ਚੀਜ਼ਾਂ ਤੁਸੀਂ ਸਿੰਪਲੀ ਉਹ ਆਪ ਕਰ ਸਕਦੇ ਹੋ ਚੇਂਜ, ਕਿਹੜੀਆਂ ਚੀਜ਼ਾਂ ਲਈ ਤੁਹਾਨੂੰ ਮੈਜੋਰਿਟੀ ਵੋਟ ਦੀ ਜ਼ਰੂਰਤ ਹੋਊਗੀ ਪਾਰਲੀਮੈਂਟ ਦੇ ਅੰਦਰ। ਆਰਟੀਕਲ 368 ਤੇ ਇਹ ਜਿਹੜੇ ਅਮੈਂਡਮੈਂਟ ਹੈ, ਕਿਹੜਾ ਪ੍ਰੋਸੀਜਰ ਹੈ, ਉਹ ਅੱਜ ਆਪਾਂ ਇਸੇ ਲੈਕਚਰ ਦੇ ਅੰਦਰ ਅੱਗੇ ਦੇਖਾਂਗੇ। ਫਿਰ ਆਉਂਦਾ ਪਾਰਟ 21 ਟੈਂਪਰੇਰੀ ਟ੍ਰਾਂਜੀਸ਼ਨਲ ਤੇ ਸਪੈਸ਼ਲ ਪ੍ਰੋਵੀਜ਼ਨ 369 392 ਤੇ ਲਾਸਟ ਵਿੱਚ ਦਿੱਤਾ ਹੋਇਆ ਸ਼ਾਰਟ ਟਾਈਟਲ ਕਮੈਂਸਮੈਂਟ ਅਥਾਰਟੇਟਿਵ ਟੈਕਸਟ ਇਨ ਹਿੰਦੀ ਐਂਡ ਰਿਪੀਲ, ਕਿਹੜੀਆਂ ਚੀਜ਼ਾਂ ਰਿਪੀਲ ਹੋ ਗਿਆ ਸੰਵਿਧਾਨ ਦੇ ਆਉਣ ਤੋਂ ਬਾਅਦ। ਸ਼ਾਰਟ ਟਾਈਟਲ ਕਾਫੀ ਸਾਰੇ ਵਰਡਸ ਦਾ ਮਤਲਬ ਦੱਸਿਆ ਹੋਇਆ ਹੈ 393 to 395। ਸੋ ਹੁਣ ਆਪਾਂ 1 by 1 ਇਹ ਪਾਰਟਸ ਦੇ ਅੰਦਰ ਕਿਹੜੇ ਆਰਟੀਕਲ ਇੰਪੋਰਟੈਂਟ ਨੇ ਇੱਕ ਵਾਰੀ ਉਹ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਪਹਿਲੇ ਪਾਰਟ ਦਾ ਤੀਜਾ ਆਰਟੀਕਲ, ਨਵੀਆਂ ਸਟੇਟਸ ਕਿਵੇਂ ਬਣਨਗੀਆਂ, ਜੇ ਕਿਸੇ ਸਟੇਟ ਦੀ ਬਾਉਂਡਰੀ ਏਰੀਆ ਜਾਂ ਉਹਦਾ ਨਾਮ ਬਦਲਣਾ ਹੈ ਤਾਂ ਉਹਦੇ ਲਈ ਕੀ ਪ੍ਰੋਸੀਜਰ ਰਹੂਗਾ। ਪਾਰਟ 2 ਸਿਟੀਜ਼ਨਸ਼ਿਪ, ਆਰਟੀਕਲ 8 ਗੱਲ ਕਰਦਾ ਰਾਈਟਸ ਕੀ ਨੇ ਸਿਟੀਜ਼ਨਸ਼ਿਪ ਦੇ ਆਫ ਸਰਟਨ ਪਰਸਨ ਆਫ ਇੰਡੀਅਨ origin, ਜਿਹੜੇ ਭਾਰਤ origin ਦੇ ਸੀ, ਭਾਰਤੀ ਸੀ ਪਰ ਉਹ ਬਾਹਰ ਰਹਿ ਰਹੇ ਨੇ, ਉਹਨਾਂ ਦੇ ਸਿਟੀਜ਼ਨਸ਼ਿਪ ਦੇ ਕੀ ਅਧਿਕਾਰ ਨੇ। 10 ਗੱਲ ਕਰਦਾ ਕੰਟੀਨਿਊਐਂਸ ਆਫ ਦ ਰਾਈਟਸ ਆਫ ਸਿਟੀਜ਼ਨਸ਼ਿਪ ਤੇ 11 ਗੱਲ ਕਰਦਾ ਕਿ ਪਾਰਲੀਮੈਂਟ ਕੋਲ ਪੂਰਾ ਹੱਕ ਹੈ ਕਿ ਜਦੋਂ ਵੀ ਉਹਨੂੰ ਲੱਗੇ ਨਾਗਰਿਕਤਾ ਨੂੰ ਲੈ ਕੇ ਜੇ ਕੋਈ ਇੰਪੋਰਟੈਂਟ ਲਾਅ ਤਿਆਰ ਕਰਨਾ ਤਾਂ ਤਿਆਰ ਕਰ ਸਕਦੀ ਹੈ। ਤੇ ਇਹੀ ਆਰਟੀਕਲ 'ਚੋਂ ਪਾਵਰ ਲੈ ਕੇ ਜਿਹੜਾ CAA ਵਾਲਾ ਭਾਰਤ ਸਰਕਾਰ ਨੇ, ਮੋਦੀ ਗਵਰਨਮੈਂਟ ਨੇ ਇਹ ਅਮੈਂਡਮੈਂਟ ਕੀਤੀ ਸੀ, ਇਹ ਇਸੇ ਆਰਟੀਕਲ 11 ਦੀ ਪਾਵਰ ਯੂਜ਼ ਕਰਕੇ ਕੀਤੀ ਹੈ। ਫੰਡਾਮੈਂਟਲ ਰਾਈਟਸ ਪਾਰਟ 3 14 ਇਕੁਐਲਿਟੀ ਬਿਫੋਰ ਲਾਅ, 15 ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ, 16 ਪਬਲਿਕ ਇੰਪਲੋਇਮੈਂਟ ਦੇ ਵਿੱਚ ਤੁਹਾਨੂੰ ਬਰਾਬਰ ਦਾ ਹੱਕ ਮਿਲੂਗਾ, ਪ੍ਰੋਪਰ ਇਕੁਐਲਿਟੀ ਆਫ ਅਪੋਰਚੁਨਿਟੀ ਹੋ। 19 ਕਾਫੀ ਤਰ੍ਹਾਂ ਦੀ ਫਰੀडम ਦੀ ਗੱਲ ਕਰਦੀ ਹੈ, ਜਿਵੇਂ ਸਪੀਚ ਦੀ ਹੋਗੀ, ਪੀਸੇਬਲ ਅਸੈਂਬਲੀ, ਐਸੋਸੀਏਸ਼ਨ ਟੂ ਫਾਰਮ ਕੋਆਪਰੇਟਿਵ ਸੁਸਾਇਟੀ, ਮੂਵਮੈਂਟ, ਉਸ ਤੋਂ ਬਾਅਦ ਆਰਟੀਕਲ 20 ਜਿਹੜਾ ਗੱਲ ਕਰਦਾ ਕਿ ਜੇ ਤੁਹਾਨੂੰ ਕਿਸੇ ਅਪਰਾਧ ਦੇ ਲਈ, ਜੁਰਮ ਦੇ ਲਈ ਫੜਿਆ ਜਾਂਦਾ, ਕਨਵਿਕਸ਼ਨ ਹੁੰਦੀ ਹੈ ਤਾਂ ਉੱਥੇ ਤੁਹਾਡੇ ਕੋਲ ਕੀ ਰਾਈਟਸ ਨੇ। ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ, ਕਿਸੇ ਫੈਮਿਲੀ ਦੇ ਵਿੱਚ ਇਨਫੋਰਮ ਕਰ ਸਕਦੇ ਹੋ, ਤੁਹਾਨੂੰ ਇਹਦਾ ਪੂਰਾ ਹੱਕ ਹੈ। ਰਾਈਟ ਟੂ ਲੀਗਲ ਏਡ ਹੈ, ਤੁਹਾਨੂੰ ਕਿੰਨੇ ਸਮੇਂ ਦੇ ਵਿੱਚ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ ਨੇ ਆਰਟੀਕਲ 20। ਆਰਟੀਕਲ 32 ਗੱਲ ਕਰਦਾ ਜਿਹੜੀਆਂ ਇੰਪੋਰਟੈਂਟ ਸੰਵਿਧਾਨਿਕ ਰੈਮੀਡੀਜ਼ ਦਿੱਤੀਆਂ ਹੋਈਆਂ ਨੇ ਕਿ ਜੇ ਤੁਹਾਡਾ ਕੋਈ ਮੌਲਿਕ ਅਧਿਕਾਰ ਵਾਇਲੇਟ ਕਰਦਾ ਤਾਂ ਤੁਸੀਂ ਰਿਟ ਪਾ ਸਕਦੇ ਹੋ ਸੁਪਰੀਮ ਕੋਰਟ ਵਿੱਚ। ਪਾਰਟ 4 DPSP 39 ਸਰਟਨ ਪ੍ਰਿੰਸੀਪਲਸ ਆਫ ਪਾਲਿਸੀ ਜਿਹੜੇ ਸਟੇਟ ਨੇ ਫੋਲੋ ਕਰਦੇ ਨੇ। ਰਾਈਟ ਟੂ ਵਰਕ, ਐਜੂਕੇਸ਼ਨ, ਪਬਲਿਕ ਅਸਿਸਟੈਂਸ ਹੈ ਆਰਟੀਕਲ 41 ਦੇ ਅੰਦਰ। ਲਿਵਿੰਗ ਵੇਜ ਐਟਸੈਟਰਾ ਫॉर ਵਰਕਰਸ, यूनिफॉर्म सिविल कोड आर्टिकल 44 वेरी इंपॉर्टेंट। पार्ट 5 गल करदा यूनियन एग्जैक्टिव ते पार्लीमेंट दी। आर्टिकल 72 विच लिखा होया है कि प्रेजिडेंट दे कोल इंपॉर्टेंट पावर है कि जे कोई डेथ नाल रिलेटेड केस है ਤਾਂ ਉਹਨੂੰ ਉਹ ਕਮਿਊਟ ਕਰ ਸਕਦੇ ਆ, ਸੈਂਟੈਂਸ ਘਟਾ ਸਕਦੇ ਆ, ਉਹਨੂੰ ਸਸਪੈਂਡ ਕਰ ਸਕਦੇ ਆ, ਰਿਮਿਟ ਜਾਂ ਫਿਰ ਪਾਰਡਨ ਵੀ ਕਰ ਸਕਦੇ ਨੇ, ਮਾਫ ਵੀ ਕਰ ਸਕਦੇ ਨੇ। 80 ਦੇ ਅੰਦਰ ਹੈ ਕੰਪੋਜੀਸ਼ਨ ਆਫ ਕਾਉਂਸਲ ਆਫ ਸਟੇਟ, 82 ਰੀਐਡਜਸਟਮੈਂਟ ਆਫਟਰ ਈਚ ਸੈਂਸਸ, 102 ਮੈਂਬਰਸ਼ਿਪ ਡਿਸਕੁਆਲੀਫਾਈ ਕਿਵੇਂ ਹੋਊਗੀ, 123 ਪਾਰਲੀਮੈਂਟ ਦੇ ਅੰਦਰ ਪ੍ਰੈਜ਼ੀਡੈਂਟ ਦਾ ਜਿਹੜਾ ਹੱਕ ਹੈ ਆਰਡੀਨੈਂਸ ਦਾ, ਇਹ ਬਾਰ-ਬਾਰ ਪੇਪਰ 'ਚ ਆਰਟੀਕਲ ਪੁੱਛਿਆ ਜਾਂਦਾ ਹੈ, ਦਿਸ ਇਜ਼ ਵੈਰੀ ਇੰਪੋਰਟੈਂਟ। 124 ਸੁਪਰੀਮ ਕੋਰਟ ਦੀ ਗੱਲ ਹੁੰਦੀ ਹੈ, ਦੈਨ ਸੈਲਰੀ ਕਿਵੇਂ ਰਹੂ ਜੱਜਿਸ ਦੀ, 126 ਅਪਾਇੰਟਮੈਂਟ ਆਫ ਐਕਟਿੰਗ ਚੀਫ ਜਸਟਿਸ, 127 ਐਡਹੌਕ ਜੱਜਿਸ, 128 attendance of retired judge at sitting of Supreme Court, 129 Supreme Court to be a court of record, Supreme Court ਜੋ decision ਦੇ ਦਿੰਦੀ ਹੈ ਉਹ ਬਾਕੀ ਨੀਚੇ ਵਾਲੀਆਂ courts as precedents as court of record refer ਕਰਕੇ ਆਪਣੇ judgment ਦਿੰਦੀਆਂ ਨੇ। 130 Supreme Court ਦੀ seat ਕਿੱਥੇ ਹੈ, 136 special leave for appeal, 137 review of judgment judicial review ਇਹਦੇ ਚੋਂ ਨਿਕਲਦਾ ਹੈ, very important। 141 ਸੁਪਰੀਮ ਕੋਰਟ ਨੇ ਜੋ ਡਿਸੀਜਨ ਦੇਤਾ ਉਹ ਪੂਰੇ ਭਾਰਤ ਦੀ ਹਰ ਕੋਰਟ ਉੱਤੇ ਲਾਗੂ ਹੁੰਦਾ, ਬਾਈਂਡਿੰਗ ਹੈ। 148 ਕੰਪਟਰੋਲਰ ਤੇ ਆਡੀਟਰ ਜਨਰਲ ਆਫ ਇੰਡੀਆ, 149 ਇਹਦੀਆਂ ਪਾਵਰਸ ਕੀ ਹੋਣਗੀਆਂ ਕੈਗ ਦੀਆਂ।
स्टेट्स पार्ट 6 ਦੇ ਅੰਦਰ ਗਵਰਨਰਸ 153 154 ਗਵਰਨਰ ਦੀਆਂ ਐਗਜ਼ੈਕਟਿਵ ਪਾਵਰ ਕੀ ਹੋਣਗੀਆਂ ਫਿਰ ਗਵਰਨਰ ਦੀਆਂ ਪਾਰਡਨਿੰਗ ਪਾਵਰ ਕੀ ਹੋਣਗੀਆਂ 161 165 ਐਡਵੋਕੇਟ ਜਨਰਲ ਆਫ ਸਟੇਟ 213 ਪਾਵਰ ਆਫ ਗਵਰਨਰ ਟੂ ਪ੍ਰੋਮਲਗੇਟ ਆਰਡੀਨੈਂਸ 123 ਚ ਆਪਾਂ ਨੇ ਦੇਖੀ ਸੀ ਰਾਸ਼ਟਰਪਤੀ ਦੀ ਆਰਡੀਨੈਂਸ ਮੇਕਿੰਗ ਪਾਵਰ 213 ਚ ਦੇਖ ਰਿਹਾ ਗਵਰਨਰ ਦੀ 214 ਹਾਈ ਕੋਰਟ 215 ਹਾਈ ਕੋਰਟ ਟੂ ਬੀ ਕੋਰਟ ਆਫ ਰੈਕਰਡ 226 ਉਰੇ ਤੁਸੀਂ ਹਾਈ ਕੋਰਟ ਚ ਰਿਟ ਪਾ ਸਕਦੇ ਹੋ 32 ਵਿੱਚ ਪਾ ਸਕਦੇ ਆ ਸੁਪਰੀਮ ਕੋਰਟ ਚ 233 ਅਪਾਇੰਟਮੈਂਟ ਆਫ ਡਿਸਟ੍ਰਿਕਟ ਜੱਜ ਇਹ ਸਬਆਰਡੀਨੇਟ ਜੁਡੀਸ਼ਰੀ ਦੀ ਗੱਲ ਹੋਗੀ ਇਹ ਸਾਰੇ ਆਪਾਂ ਅੱਗੇ ਜਦੋਂ 1 ਬਾय 1 ਟੌਪਿਕ ਕਰਾਂਗੇ ਉਦੋਂ ਇੱਕ ਇੱਕ ਆਪਾਂ ਆਰਟੀਕਲ ਜੋ ਐਗਜ਼ਾਮ ਪੁਆਇੰਟ ਤੋਂ ਇੰਪੋਰਟੈਂਟ ਹੈ ਪੂਰਾ ਡਿਟੇਲ ਚ ਦੇਖਾਂਗੇ ਸਬਆਰਡੀਨੇਟ ਜੁਡੀਸ਼ਰੀ ਵੀ ਹਾਈ ਕੋਰਟ ਵੀ ਸੁਪਰੀਮ ਕੋਰਟ ਵੀ ਸਾਰੇ ਐਗਜ਼ੀਕਿਊਟਿਵ ਵੀ ਉਰੇ ਮੈਂ ਸਿਰਫ ਤੁਹਾਨੂੰ ਜੋ ਅਲੱਗ ਤੋਂ ਇੰਪੋਰਟੈਂਟ ਆਰਟੀਕਲ ਪੇਪਰ ਚ ਬਾਰ-ਬਾਰ ਪੁੱਛੇ ਜਾਂਦੇ ਨੇ ਉਹ ਕਰਵਾ ਰਹੀ ਹਾਂ 235 ਕੰਟਰੋਲ ਓਵਰ ਸਬਆਰਡੀਨੇਟ ਕੋਰਟ ਪਾर्ट 9 पंचायत 243 ए ग्राम सभा की है पंचायत के अंदर कौन कौन होगा कॉन्स्टिट्यूशन 243 नेक्स्ट है पार्ट 12 जो फाइनेंस ਨਾਲ रिलेटेड है 266 ਤੇ 67 बहुत इंपॉर्टेंट है डायरेक्टली ये पेपर्स ਤੁਹਾਨੂੰ मैच दी फॉलोइंग करेक्ट इनकरेक्ट या फिर स्टेटमेंट बेस्ड क्वेश्चन आ सकते हैं सो कंसोलिडेटेड फंड की गल हो रही है 266 कंटिजेंसी फंड 267 280 फाइनेंस कमीशन 300 ए राइट टू प्रॉपर्टी सर्विसेज ऑल इंडिया सर्विस 312 315 पब्लिक सर्विस कमीशन यूनियन ते स्टेट वाले 320 पब्लिक सर्विस कमीशन का काम की रहूगा फंक्शन की होंगी फिर ट्राइब्यूनल 323 ए एडमिनिस्ट्रेटिव ट्राइब्यूनल्स पार्ट 15 इलेक्शन 324 सुपरिटेंडेंस डायरेक्शन कंट्रोल ऑफ इलेक्शन की दे कोल होगी इलेक्शन कमीशन दे कोल सारा कंट्रोल है 325 no person to be ineligible for inclusion in or to claim to be included in special electoral roll ਕਿਸੇ ਵੀ ਤਰੀਕੇ ਨਾਲ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਜਾਤ ਪਾਤ ਧਰਮ ਦੇ ਨਾਮ ਉੱਤੇ ਕਿ ਤੂੰ ਇਨਐਲੀਜੀਬਲ ਹੈ ਇਲੈਕਟੋਰਲ ਰੋਲ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰਵਾਉਣ ਦੇ ਲਈ on the basis of religion race caste or sex 326 elections to the house of people ਲੋਕ ਸਭਾ ਦੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ एडल्ट सफरेज ਦੇ बेसिस ਤੇ ਹੋਣਗੀਆਂ एडल्ट सफरेज ਜਦੋਂ ਆਮ ਨਾਗਰਿਕ ਜੋ ਵੀ 18 ਸਾਲ ਤੋਂ ਉੱਪਰ ਦਾ ਹੈ ਉਹ ਵੋਟ ਪਾ ਕੇ ਆਉਂਦਾ ਹੈ ਫਿਰ ऑफिशियल लैंग्वेज 343 यूनियन ਦੀ ਕੀ ਰਹੂ 345 ਸਟੇਟਸ ਦੀ ऑफिशियल लैंग्वेज ਕੀ ਰਹੂ 348 ਸੁਪਰੀਮ ਕੋਰਟ ਹਾਈ ਕੋਰਟ ਚ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਊ 351 ਹਿੰਦੀ ਭਾਸ਼ਾ ਨੂੰ ਡਿਵੈਲਪ ਕਰਨ ਦੇ ਲਈ ਸਟੈਪਸ ਕਿਵੇਂ ਚੱਕੇ ਜਾਣਗੇ ਐਮਰਜੈਂਸੀ तीन तरह की एमरजेंसी 352 50 60 नैशनल स्टेट जो कॉन्स्टिट्यूशन का फेलियर हो जाता फाइनेंशियल पार्ट भी अमेंडमेंट 368 पावर ऑफ पार्लीमेंट टू अमेंड द कॉन्स्टिट्यूशन ये टॉपिक बहुत ही ज्यादा बरीकी नाल समझण वाला अमेंडमेंट ਜਦੋਂ ਕੋਈ ਸੰਵਿਧਾਨ ਦੇ ਅੰਦਰ ਤਬਦੀਲੀ ਕੀਤੀ ਜਾਂਦੀ ਹੈ ਕੋਈ ਚੇਂਜ ਲਿਆਇਆ ਜਾਂਦਾ ਹੈ ਤਾਂ ਉਹਦੇ ਲਈ ਤਿੰਨ ਤਰੀਕੇ ਦੇ ਸਟੈਪ ਆਪਾਂ ਫੋਲੋ ਕਰਦੇ ਹਾਂ आर्टिकल 368 गल करदा अमेंडमेंट दी ते अमेंडमेंट दी पावर है पार्लीमेंट कोल सब तो पहली चीज तां तुसी अपने दिमाग च ए बिठा लो संविधान दे अंदर कोई चेंज करनी है ए नहीं कोई स्टेट लैजिस्लेटिव असैंबली बैठ के कोई तब्दीली लेके आ सकदी है ओदे लई कोई रेजोल्यूशन पास कर सकदी है नो ओनली पार्लीमेंट हैज पावर टू मेक अमेंडमेंट वेरी वेरी इंपॉर्टेंट ते ए चीज साफ शब्दां 368 ਦੇ ਵਿੱਚ ਲਿਖੀ ਹੋਈ ਹੈ दो तरीके की अमेंडमेंट है जिन्हों आपां दो तरह की है टू टाइप्स की अमेंडमेंट है जिन्हों आपां तीन तरीके नाल कर सकते हैं ये चीज समझनी है पहला तुसी 368 ऑफ इंडियन कॉन्स्टिट्यूशन मेंशन टू टाइप्स ऑफ अमेंडमेंट और दो टाइप्स ने सिंपल ते स्पेशल मेजोरिटी दी जिहड़ी सिंपल है ओदा एक ही तरीका स्पेशल वाली दो तरीके नाल हो सकती है सो आपां ने अज टोटल तीन तरीके पढ़ने ने जिहदे नाल संविधान दे विच जे आपां कोई चीज हटाउणी चाहुंदे आ ऐड करनी चाहुंदे आ कोई वर्डिंग आपां चेंज करना चाहुंदे आ तां आपां किवें कर सकदे हां सो एक तां है अमेंडमेंट बाय सिंपल मेजोरिटी ऑफ पार्लीमेंट दूजा है स्पेशल मेजोरिटी तीजा है पार्लीमेंट दे अंदर स्पेशल मेजोरिटी दा चाहिदी है नाल दी नाल जिहड़े स्टेट लैजिस्लेचर ने हाफ तो ज्यादा उन्हां दी रेटिफिकेशन हाँ चाहिदी आपां नूं उन्हां दी आपां नूं अपनी जो अमेंडमेंट कीती है ओके कीती होनी चाहिदी है कि असीं तुहाडे नाल सहमत हां सो
ਸੋ ਰੈਟੀਫਿਕੇਸ਼ਨ ਵਰਡ ਦਾ ਲਿਟਰਲ ਮੀਨਿੰਗ ਹੁੰਦਾ ਸਾਈਨ ਜਾਂ ਫਿਰ ਫਾਰਮਲ ਕੰਸੈਂਟ ਦੇਣੀ, ਆਪਣੀ ਰੈਟੀਫਾਈ ਕਰਨਾ, ਮੰਨ ਜਾਣਾ। ਸੋ ਤਿੰਨ ਤਰੀਕੇ ਨਾਲ ਹੈ। ਪਹਿਲੀ ਹੈ ਬਾਈ ਸਿੰਪਲ ਮੈਜੋਰਿਟੀ, ਕਿੱਥੇ ਕਿੱਥੇ ਸਿੰਪਲ ਮੈਜੋਰਿਟੀ ਨਾਲ ਤਬਦੀਲੀ ਲੈ ਕੇ ਆ ਸਕਦੇ ਆ। ਇਹ ਡਾਇਰੈਕਟਲੀ ਪੇਪਰ 'ਚ MCQ ਬਣ ਕੇ ਆਉਂਦੇ ਨੇ ਤੇ ਇਹ ਟੌਪਿਕ ਮੈਂ ਇਸ ਲਈ ਡਿਟੇਲ 'ਚ ਕਰਵਾ ਰਹੀ ਹਾਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਮੋਸਟ ਐਕਸਪੈਕਟਡ ਹੈ। ਜਦੋਂ ਵੀ ਕੋਈ ਇੱਕ ਅਦਾ ਟਫ ਕੁਐਸਚਨ ਆਪਾਂ ਦੇਖਦੇ ਹਾਂ ਤਾਂ ਇਹੀ ਟੌਪਿਕਸ ਦੇ ਵਿੱਚੋਂ ਪੁੱਛਿਆ ਜਾਂਦਾ ਹੈ ਡੀਟੇਲ ਦੇ ਵਿੱਚੋਂ। A number of provisions in the Constitution can be amended by a simple majority of the two houses of Parliament. ਜਿਹੜੇ ਪਾਰਲੀਮੈਂਟ ਦੇ ਦੋ ਹਾਊਸ ਨੇ, ਲੋਕ ਸਭਾ ਤੇ ਰਾਜ ਸਭਾ। ਆਰਟੀਕਲ 368 ਦੇ ਅਨੁਸਾਰ ਆਪਾਂ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਇਹ ਦੋ ਹਾਊਸਿਸ ਦੇ ਵਿੱਚੋਂ ਸਿੰਪਲ ਮੈਜੋਰਿਟੀ ਲੈ ਕੇ, ਇਹ ਨਹੀਂ ਕਿ ਘੱਟੋ ਘੱਟ ਇੰਨੇ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਜਾਂ ਫਿਰ ਇੰਨੇ 2/3 ਮੈਜੋਰਿਟੀ ਹੋਣੀ ਚਾਹੀਦੀ ਹੈ, ਕੋਈ ਟਾਰਗੇਟ ਨਹੀਂ ਹੈ, ਸਿੰਪਲ ਮੈਜੋਰਿਟੀ ਜਿਵੇਂ 50% ਹੋ ਗਈ। ਸੋ ਇਸ ਤਰੀਕੇ ਨਾਲ ਜੇ 50% ਤੋਂ ਜ਼ਿਆਦਾ ਲੋਕਾਂ ਨੇ ਹਾਂ ਕਰਤੀ ਤਾਂ ਉਹ ਚੀਜ਼ ਪਾਸ ਹੋ ਜੂ। ਸੋ ਸਿੰਪਲ ਮੈਜੋਰਿਟੀ। ਹੁਣ ਆਪਾਂ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸੰਵਿਧਾਨ ਦੇ ਅੰਦਰ ਜਿਨ੍ਹਾਂ ਨੂੰ ਸਿੰਪਲ ਮੈਜੋਰਿਟੀ ਬਿਨਾਂ ਕੋਈ ਟਫ ਕੋਈ ਰਿਜਿਡ ਰੂਲ ਫੋਲੋ ਕੀਤੇ ਆਪਾਂ ਬਦਲ ਸਕਦੇ ਹਾਂ। ਸੋ ਉਹਦੇ 'ਚ ਪਹਿਲੀ ਚੀਜ਼ ਆਉਂਦੀ ਹੈ, ਜੇ ਕੋਈ ਨਵੀਂ ਸਟੇਟ ਤਿਆਰ ਕਰਨੀ ਹੈ, ਜਿਵੇਂ ਆਪਾਂ ਨੂੰ ਪਤਾ ਹੈ ਸਭ ਤੋਂ ਰੀਸੈਂਟ ਹੈਦਰਾਬਾਦ ਦੇ ਵਿੱਚੋਂ ਤੇਲੰਗਾਨਾ ਸਟੇਟ ਤਿਆਰ ਕੀਤੀ ਗਈ, ਆਪਾਂ ਨੂੰ ਇਹ ਚੀਜ਼ ਪਤਾ ਹੈ। ਸੋ ਐਡਮਿਸ਼ਨ ਔਰ ਇਸਟੈਬਲਿਸ਼ਮੈਂਟ ਆਫ ਨਿਊ ਸਟੇਟ, ਇਹਦੇ ਲਈ ਕੋਈ ਟਫ ਰੂਲ ਨਹੀਂ ਹੈ, ਕੋਈ ਮਨਾਹੀ ਨਹੀਂ ਹੈ, ਸਿੰਪਲੀ ਤੁਸੀਂ ਪਾਰਲੀਮੈਂਟ ਦੇ ਵਿੱਚ ਇਹਦਾ ਪ੍ਰਸਤਾਵ ਰੱਖੋਗੇ, ਜੇ ਉੱਥੇ ਮੈਜੋਰਿਟੀ ਜਿੰਨੇ ਲੋਕ ਪ੍ਰੈਜ਼ੈਂਟ ਨੇ ਉਹਨਾਂ ਨੇ ਵੋਟ ਕਰਤੀ ਹਾਂ ਦੇ ਵਿੱਚ ਤਾਂ ਉਹ ਚੀਜ਼ ਪਾਸ ਹੋ ਜੂ, ਨਵੀਂ ਸਟੇਟ ਤੁਸੀਂ ਤਿਆਰ ਕਰ ਸਕਦੇ ਹੋ। ਫਾਰਮੇਸ਼ਨ ਆਫ ਨਿਊ ਸਟੇਟ, ਆਲਟਰੇਸ਼ਨ ਆਫ ਏਰੀਆ ਬਾਉਂਡਰੀ ਨੇਮ ਆਫ ਐਗਜ਼ਿਸਟਿੰਗ ਸਟੇਟ। ਸੈਕੰਡਲੀ, ਜੇ ਕੋਈ ਆਲਰੇਡੀ ਕੋਈ ਸਟੇਟ ਹੈ ਉਹਦਾ ਤੁਸੀਂ ਨਾਮ ਬਦਲਣਾ, ਏਰੀਆ ਵਧਾਉਣਾ, ਬਾਉਂਡਰੀ ਦੇ ਵਿੱਚ ਕੋਈ ਤਬਦੀਲੀ ਕਰਨੀ ਹੈ ਤਾਂ ਉਹਦੇ ਲਈ ਵੀ ਸਿੰਪਲ ਮੈਜੋਰਿਟੀ ਪਾਸ ਹੋਊਗੀ। ਅਬੋਲਿਸ਼ਨ ਔਰ ਕ੍ਰੀਏਸ਼ਨ ਆਫ ਲੈਜਿਸਲੇਟਿਵ ਕਾਉਂਸਿਲ। ਸੋ ਆਪਾਂ ਨੂੰ ਪਤਾ ਹੈ ਭਾਰਤ ਦੇ ਅੰਦਰ ਕੁਝ ਇਹੋ ਜਿਹੀਆਂ ਸਟੇਟਸ ਨੇ ਜਿਨ੍ਹਾਂ ਦੇ ਅੰਦਰ ਦੋ ਹਾਊਸਿਸ ਨੇ, ਲੈਜਿਸਲੇਟਿਵ ਅਸੈਂਬਲੀ ਵੀ ਹੈ, ਕਾਉਂਸਿਲ ਵੀ ਹੈ, ਜਿਵੇਂ ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਤੇਲੰਗਾਨਾ, ਯੂਪੀ। ਸੋ ਉਰੇ ਕੀ ਹੈ, ਬਾਈ ਕੈਮਰਲ ਲੈਜਿਸਲੇਚਰ ਫੋਲੋ ਕੀਤਾ ਜਾਂਦਾ ਹੈ। ਦੋ ਉਰੇ ਹਾਊਸਿਸ ਨੇ, ਦੋ ਕੰਮ ਕਰਦੇ ਨੇ, ਜਿਵੇਂ ਟੌਪ ਉੱਤੇ ਸੈਂਟਰ ਉੱਤੇ ਲੋਕ ਸਭਾ, ਰਾਜ ਸਭਾ, ਉਸੇ ਤਰ੍ਹਾਂ ਇਹ ਸਟੇਟਸ ਦੇ ਵਿੱਚ ਇੱਕ ਹੈ ਲੈਜਿਸਲੇਟਿਵ ਅਸੈਂਬਲੀ, ਦੂਜੀ ਹੈ ਲੈਜਿਸਲੇਟਿਵ ਕਾਉਂਸਿਲ। ਹੁਣ ਜੇ ਇਹ ਲੈਜਿਸਲੇਟਿਵ ਕਾਉਂਸਿਲ ਨੂੰ ਕੋਈ ਸਟੇਟ ਚਾਹੁੰਦੀ ਹੈ ਕਿ ਮੈਂ ਬੰਦ ਕਰਨਾ ਹੈ, ਮੇਰੇ ਕੋਲ ਸਿਰਫ ਲੈਜਿਸਲੇਟਿਵ ਅਸੈਂਬਲੀ ਕਾਫੀ ਹੈ, ਇਹਦੇ ਨਾਲ ਹੀ ਮੇਰੇ ਜਿਹੜੇ ਸਟੇਟ ਦੇ ਲੋਕ ਨੇ ਉਹਨਾਂ ਦੀ ਰੈਪਰੈਜ਼ੈਂਟੇਸ਼ਨ ਹੋ ਰਹੀ ਹੈ। ਸੋ ਲੈਜਿਸਲੇਟਿਵ ਕਾਉਂਸਿਲ ਨੂੰ ਜੇ ਅਬੋਲਿਸ਼ ਕਰਨਾ ਹੈ ਜਾਂ ਫਿਰ ਕੋਈ ਸਟੇਟ ਕ੍ਰੀਏਟ ਕਰਨਾ ਚਾਹੁੰਦੀ ਹੈ ਤਾਂ ਉਹਦੇ ਲਈ ਵੀ ਸਿੰਪਲ ਮੈਜੋਰਿਟੀ ਦੇ ਨਾਲ ਇਹ ਪ੍ਰਸਤਾਵ ਰੱਖਿਆ ਜਾਊ ਤੇ ਪਾਸ ਹੋ ਜੂ, ਕਲੀਅਰ ਹੋ ਜੂ। ਸੈਕੰਡ ਸ਼ਡਿਊਲ, ਜਿਹਦੇ ਵਿੱਚ ਇਮੋਲੂਮੈਂਟਸ ਦੀ ਗੱਲ ਹੁੰਦੀ ਹੈ, ਕਿਵੇਂ ਕੀ ਪੇ ਕਰਨਾ ਹੈ, ਚੇਅਰਮੈਨ ਨੂੰ ਰਾਜ ਸਭਾ ਦੇ ਨੂੰ, ਸਪੀਕਰ ਆਫ ਲੋਕ ਸਭਾ ਨੂੰ। ਸੋ ਉਹ ਚੀਜ਼ਾਂ ਦੇ ਵਿੱਚ ਵੀ ਜੇ ਕੋਈ ਘਾਟਾ ਵਾਧਾ ਕਰਨਾ ਹੈ ਤਾਂ ਉਹਦੇ ਲਈ ਵੀ ਸਿੰਪਲ ਮੈਜੋਰਿਟੀ ਦੇ ਨਾਲ ਉਹ ਚੀਜ਼ ਪਾਸ ਹੋ ਜੂ। ਸੋ ਉਹਦੇ ਲਈ ਕੋਈ ਟਫ ਅਮੈਂਡਮੈਂਟ ਦਾ ਪ੍ਰੋਸੀਜਰ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ, ਸਿੰਪਲ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਤੁਸੀਂ ਆਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਲਈ ਪ੍ਰਸਤਾਵ ਰੱਖੋ ਤੇ ਆਪਣੀ ਚੀਜ਼ ਨੂੰ ਪਾਸ ਕਰਵਾਓ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਵੀ ਮੈਂਸ਼ਨ ਨੇ, ਇਹ ਵੀ ਜੇ ਤੁਸੀਂ ਕੋਈ ਚੇਂਜ ਕਰਵਾਉਣੀ ਹੈ ਤਾਂ ਇਹਦੇ ਲਈ ਵੀ ਸਿੰਪਲ ਮੈਜੋਰਿਟੀ ਦੇ ਨਾਲ ਅਮੈਂਡਮੈਂਟ ਕਰਵਾ ਸਕਦੇ ਹੋ। ਸੋ ਅਲਾਉਐਂਸ, ਪ੍ਰਿਵਿਲੇਜ, so on of president, governor, speaker, judges, quorum in parliament, salary allowance of members of parliament, rules of procedure, privileges, use of English language in parliament, number of puisne judges in the Supreme Court, conferment of more jurisdiction on Supreme Court, citizenship, acquisition, termination, elections to parliament, state legislature, delimitation of constituency, union territory, 5th and 6th schedule. Next ਹੈ ਜਿੱਥੇ ਪਾਰਲੀਮੈਂਟ ਦੀ ਸਪੈਸ਼ਲ ਮੈਜੋਰਿਟੀ ਚਾਹੀਦੀ ਹੈ। Majority of the provision in constitution need to be amendment by special majority. ਸਿਰਫ ਜੋ ਆਪਾਂ ਨੇ ਪਿੱਛੇ ਚੀਜ਼ਾਂ ਪੜ੍ਹ ਲੀਆਂ ਉਹ ਸਿੰਪਲ ਮੈਜੋਰਿਟੀ ਨਾਲ ਅਮੈਂਡ ਹੋਣਗੀਆਂ। ਉਸ ਤੋਂ ਇਲਾਵਾ ਜੋ ਕੁਝ ਵੀ ਬਚਿਆ ਹੈ ਸਾਰਾ ਦਾ ਸਾਰਾ ਜੇ ਤੁਸੀਂ ਚੇਂਜ ਕਰਨਾ ਕੋਈ ਵੀ ਪੂਰੇ ਸੰਵਿਧਾਨ ਦੀ ਪ੍ਰੋਵੀਜ਼ਨ, ਉਹਦੇ ਲਈ ਸਪੈਸ਼ਲ ਮੈਜੋਰਿਟੀ ਚਾਹੀਦੀ ਹੈ। ਸਭ ਤੋਂ ਪਹਿਲਾਂ ਪਾਰਲੀਮੈਂਟ ਦੀ ਸਪੈਸ਼ਲ ਮੈਜੋਰਿਟੀ ਦਾ ਕੀ ਮਤਲਬ ਹੈ ਆਪਾਂ ਇਹ ਦੇਖਾਂਗੇ। ਇਹਦਾ ਮਤਲਬ ਹੈ ਕਿ ਜਿੰਨੀ ਮੈਜੋਰਿਟੀ ਟੋਟਲ ਮੈਂਬਰਸ਼ਿਪ ਹੈ ਜਿੰਨੀ ਹਾਊਸ ਦੀ,
ਉਹਦੇ ਅੰਦਰ 50 ਤੋਂ ਜ਼ਿਆਦਾ ਲੋਕਾਂ ਦੀ ਮੈਜੋਰਿਟੀ ਹੋਣੀ ਚਾਹੀਦੀ ਹੈ। ਨਾਲ ਹੀ ਜੇ ਇਹ ਚੀਜ਼ ਨਹੀਂ ਹੈ, ਸਾਰੇ ਮੈਂਬਰ ਪ੍ਰੈਜ਼ੈਂਟ ਨਹੀਂ ਹੈ, ਤਾਂ ਜਿੰਨੇ ਮੈਂਬਰ ਟੋਟਲ ਇੱਕ ਸਮੇਂ ਉੱਤੇ ਜਿਹੜੇ ਸੈਸ਼ਨ ਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਕਿਸੇ ਵੀ ਚੀਜ਼ ਨੂੰ ਚੇਂਜ ਕਰਨ ਦਾ, ਅਮੈਂਡ ਕਰਨ ਦਾ, ਤਾਂ ਉਸ ਸੈਸ਼ਨ ਦੇ ਵਿੱਚ ਜਿੰਨੇ ਵੀ ਟੋਟਲ ਮੈਂਬਰ ਮੌਜੂਦ ਨੇ ਉਹਨਾਂ ਚੋਂ 2/3 ਮੈਂਬਰਸ ਦੀ ਵੋਟ ਹਾਂ ਵਿੱਚ ਹੋਣੀ ਚਾਹੀਦੀ ਹੈ, ਤਾਂ ਉਹ ਅਮੈਂਡਮੈਂਟ ਹੋਊਗੀ। So the majority of provision in the constitution need to be amended by special majority। ਇਹਦੇ ਲਈ ਦੋ ਤਰੀਕੇ ਨੇ, ਜੇ ਤਾਂ ਸਾਰੇ ਦੇ ਸਾਰੇ ਮੈਂਬਰ ਪ੍ਰੈਜ਼ੈਂਟ ਨਹੀਂ ਤਾਂ 50% ਤੋਂ ਜ਼ਿਆਦਾ ਹਾਂ ਦੇ ਵਿੱਚ ਵੋਟ ਕਰਨ, ਮੈਜੋਰਿਟੀ ਹੋਵੇ। ਜੇ ਸਾਰੇ ਪ੍ਰੈਜ਼ੈਂਟ ਨਹੀਂ ਤਾਂ ਜਿੰਨੇ ਪ੍ਰੈਜ਼ੈਂਟ ਨੇ ਉਹਨਾਂ ਚੋਂ 2/3 ਮੈਂਬਰ ਆਫ ਈਚ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ। ਉਰੇ ਗੱਲ ਹੋ ਰਹੀ ਹੈ ਈਚ ਹਾਊਸ, ਤਾਂ ਇਹਦੇ ਤੋਂ ਇੱਕ ਚੀਜ਼ ਕਲੀਅਰ ਹੈ ਕਿ ਪੂਰੀ ਦੀ ਪੂਰੀ ਪਾਰਲੀਮੈਂਟ ਦੀ ਵੋਟ ਚਾਹੀਦੀ ਹੈ ਅਮੈਂਡਮੈਂਟ ਲਈ, ਚਾਹੇ ਸਿੰਪਲ ਮੈਜੋਰਿਟੀ ਦੀ ਗੱਲ ਹੋ ਰਹੀ ਸੀ, ਚਾਹੇ ਸਪੈਸ਼ਲ ਮੈਜੋਰਿਟੀ ਦੀ ਗੱਲ ਹੋ ਰਹੀ ਸੀ, ਦੋਨੋਂ ਹਾਊਸ ਰਾਜ ਸਭਾ ਤੇ ਲੋਕ ਸਭਾ ਦੋਨਾਂ ਦੀ VOTING ਜ਼ਰੂਰੀ ਹੈ। Expression total membership means total number of members comprising the house irrespective of the fact whether there are vacancies or absentees। ਟੋਟਲ ਮੈਂਬਰਸ਼ਿਪ ਦਾ ਮਤਲਬ ਹੈ ਸਾਰੇ ਦੇ ਸਾਰੇ ਮੈਂਬਰਸ, ਕਿੰਨੀ ਗਿਣਤੀ ਆ ਉਹਨਾਂ ਦੀ ਉਹਦੇ ਅਕੋਰਡਿੰਗ। ਸਪੈਸ਼ਲ ਮੈਜੋਰਿਟੀ ਉੱਥੇ ਰਿਕੁਆਇਰਡ ਹੈ for voting at the third reading stage of bill, but by way of abundant caution the requirement for special majority has been provided for in the rules of the house in respect of all effective stages। ਵੈਸੇ ਤਾਂ ਜਦੋਂ ਬਿੱਲ ਆਪਣੀ ਤੀਜੀ ਰੀਡਿੰਗ ਜਦੋਂ ਪੜਿਆ ਜਾਂਦਾ ਉਸ ਸਟੇਜ ਤੇ ਪਹੁੰਚਦਾ ਕੋਈ ਵੀ ਅਮੈਂਡਮੈਂਟ ਬਿੱਲ ਆ, ਉਸ ਸਮੇਂ ਵੋਟ ਕਰਵਾਈ ਜਾਂਦੀ ਹੈ। ਪਰ ਕਹਿੰਦੇ ਇੱਕ ਕੌਸ਼ਨ ਦੇ ਤੌਰ ਤੇ ਇੱਕ ਜ਼ਿਆਦਾ ਸਹੀ ਤਰੀਕੇ ਨਾਲ ਪ੍ਰੋਸੀਜਰ ਚੱਲੇ, ਹਰ ਬਿੱਲ ਦੀ ਸਟੇਜ ਉੱਤੇ VOTING ਕਰਵਾਈ ਜਾਂਦੀ ਹੈ ਤੇ ਇਹ ਪਾਰਲੀਮੈਂਟ ਤੇ ਹਾਊਸਿਸ ਦੇ ਰੂਲ ਬੁੱਕ ਵਿੱਚ ਲਿਖਿਆ ਹੋਇਆ। ਪ੍ਰੋਵੀਜ਼ਨਸ ਜਿਹੜੀਆਂ ਇਸ ਤਰੀਕੇ ਨਾਲ ਅਮੈਂਡ ਹੁੰਦੀਆਂ ਨੇ, ਜਿੱਥੇ ਪਾਰਲੀਮੈਂਟ ਦੀ ਸਪੈਸ਼ਲ ਮੈਜੋਰਿਟੀ ਚਾਹੀਦੀ ਹੈ ਉਹਦੇ ਵਿੱਚ ਨੰਬਰ 1 ਤੇ ਆਉਂਦਾ ਫੰਡਾਮੈਂਟਲ ਰਾਈਟ, ਦੈਨ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਨਾਲ ਹੀ ਉਹ ਸਾਰੀਆਂ ਪ੍ਰੋਵੀਜ਼ਨ ਜਿਹੜੀਆਂ ਪਹਿਲੀ ਮਤਲਬ ਸਿੰਪਲ ਮੈਜੋਰਿਟੀ ਵਾਲੀ, ਜਾਂ ਤੀਜੀ ਜਿੱਥੇ ਪਾਰਲੀਮੈਂਟ ਦੀ ਮੈਜੋਰਿਟੀ ਦੇ ਨਾਲ ਸਟੇਟਸ ਦੇ ਵਿੱਚੋਂ ਵੀ ਮੈਜੋਰਿਟੀ ਚਾਹੀਦੀ ਹੈ, ਸੋ ਉਹਨਾਂ ਨੂੰ ਛੱਡ ਕੇ ਬਾਕੀ ਜੋ ਬਚ ਗਿਆ ਆ ਦੋ ਫੰਡਾਮੈਂਟਲ ਰਾਈਟ, DPSP ਤੇ ਬਾਕੀ ਫਿਰ ਜੋ ਬਚ ਗਿਆ ਸਾਰਾ ਕੁਝ ਇਸੇ ਪ੍ਰੋਸੈਸ ਦੇ ਨਾਲ ਪਾਸ ਹੋਊਗਾ, ਅਮੈਂਡ ਹੋਊਗਾ। ਸੋ ਹੁਣ ਆ ਗਿਆ ਤੀਜੇ ਨੰਬਰ ਦਾ ਜਿਹੜਾ ਤਰੀਕਾ ਹੈ ਅਮੈਂਡਮੈਂਟ ਕਰਨ ਦਾ। ਸੋ ਸਪੈਸ਼ਲ ਮੈਜੋਰਿਟੀ ਆਫ ਪਾਰਲੀਮੈਂਟ ਦੀ ਸਪੈਸ਼ਲ ਮੈਜੋਰਿਟੀ ਤਾਂ ਚਾਹੀਦੀ ਹੈ। ਜਿਹੜੇ ਦੋ ਹਾਊਸਿਸ ਨੇ ਉਹਨਾਂ ਦੀ ਉਰੇ ਜਾਂ ਤਾਂ 50% ਤੋਂ ਜ਼ਿਆਦਾ ਜੇ ਸਾਰੇ ਪ੍ਰੈਜ਼ੈਂਟ ਨੇ, ਜਾਂ ਫਿਰ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਕਿ ਜਿੰਨੇ ਪ੍ਰੈਜ਼ੈਂਟ ਨੇ ਤੇ ਵੋਟ ਕਰ ਰਹੇ ਨੇ ਉਹਨਾਂ ਚੋਂ 2/3 ਦੀ ਮੈਜੋਰਿਟੀ ਹੋਣੀ ਲਾਜ਼ਮੀ ਹੈ। ਸੋ ਉਦੋਂ ਇਲਾਵਾ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਸਟੇਟ ਲੈਜਿਸਲੇਚਰਸ ਦੀ ਵੀ ਸਿੰਪਲ ਮੈਜੋਰਿਟੀ, ਅੱਧੇ ਤੋਂ ਜ਼ਿਆਦਾ ਜਾਣੇ ਹਾਂ ਕਰਨੇ ਚਾਹੀਦੇ ਨੇ, ਸਟੇਟ ਲੈਜਿਸਲੇਚਰ ਦੀ ਵੀ ਸਿੰਪਲ ਮੈਜੋਰਿਟੀ ਨਾਲ ਚਾਹੀਦੀ ਹੈ ਪਾਰਲੀਮੈਂਟ ਦੇ ਹਾਊਸਿਸ ਦੀ ਮੈਜੋਰਿਟੀ ਦੇ ਨਾਲ। ਸੋ ਉਹ ਹੁਣ ਕਿਹੜੀਆਂ ਚੀਜ਼ਾਂ ਨੇ ਉਹ ਆਪਾਂ ਦੇਖਾਂਗੇ, ਇੱਕ ਵਾਰੀ ਆਪਾਂ ਰੀਡ ਆਊਟ ਕਰ ਲੈਂਦੇ ਹਾਂ। Those provision of constitution which are related to federal structure, ਸਿੱਧਾ ਲਿਖਿਆ ਹੋਇਆ ਹੈ ਉਹ ਚੀਜ਼ਾਂ ਜਿੱਥੇ ਸਟੇਟਸ ਦੀ ਇਨਵੋਲਵਮੈਂਟ ਲਾਜ਼ਮੀ ਹੈ। ਕਿਉਂਕਿ ਉਹ ਫੈਡਰਲ ਸਟਰਕਚਰ ਨਾਲ ਰਿਲੇਟਡ ਨੇ। ਫੈਡਰਲ ਸਟਰਕਚਰ ਮਤਲਬ ਸਟੇਟਸ ਦੇ ਨਾਲ ਰਿਲੇਟਡ ਨੇ। ਜਿਹੜਾ ਇੱਕ ਸੈਂਟਰ ਸਟੇਟ ਵਾਲਾ ਰਿਸ਼ਤਾ ਹੈ, ਫੈਡਰੇਸ਼ਨ ਹੈ ਭਾਰਤ, ਜੇ ਕੋਈ ਸਟੇਟ ਦੀ ਇਨਵੋਲਵਮੈਂਟ ਦੇ ਲਈ ਜ਼ਰੂਰੀ ਹੈ ਚੀਜ਼ ਜਿਹਦੇ ਵਿੱਚ ਸਟੇਟ ਦਾ ਵੀ ਬਰਾਬਰ ਦਾ ਇੰਟਰਸਟ ਆ ਸੈਂਟਰ ਦੇ ਨਾਲ, ਉਹ ਚੀਜ਼ਾਂ ਦੇ ਲਈ ਸਪੈਸ਼ਲ ਮੈਜੋਰਿਟੀ ਦੇ ਨਾਲ ਅਮੈਂਡਮੈਂਟ ਕਰ ਸਕਦੇ ਆ। ਨਾਲ ਐਂਡ ਦਾ ਉਰੇ ਮਤਲਬ ਹੈ ਲਿਖਣ ਦਾ ਕਿ ਕੰਪਲਸਰੀ ਹੈ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਤੁਸੀਂ ਸਿਰਫ ਪਾਰਲੀਮੈਂਟ ਦੀ ਮੈਜੋਰਿਟੀ ਦੇ ਨਾਲ ਉਹ ਚੀਜ਼ ਨੂੰ ਅਮੈਂਡ ਨਹੀਂ ਕਰ ਸਕਦੇ। ਨਾਲ ਤੁਹਾਨੂੰ ਆਲਸੋ ਕੰਸੈਂਟ ਆਫ ਹਾਫ ਆਫ ਦਾ ਸਟੇਟ ਲੈਜਿਸਲੇਚਰ ਬਾਈ ਸਿੰਪਲ ਮੈਜੋਰਿਟੀ ਚਾਹੀਦੀ ਹੈ। ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਕਿਹੜੀਆਂ ਪ੍ਰੋਵੀਜ਼ਨ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ, ਇਸ ਤੀਜੇ ਤਰੀਕੇ ਦੇ ਨਾਲ ਪਾਸ ਹੁੰਦੀਆਂ ਨੇ ਜਿਨ੍ਹਾਂ 'ਚ ਅਮੈਂਡਮੈਂਟ ਕੀਤੀ ਜਾਂਦੀ ਹੈ। ਸਭ ਤੋਂ ਨੰਬਰ 1 ਹੈ ਜਿੱਥੇ ਸਟੇਟਸ ਦੀ ਇਨਵੋਲਵਮੈਂਟ ਹੈ। ਜੇ ਕੋਈ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਇਲੈਕਸ਼ਨ ਨੂੰ ਲੈ ਕੇ, ਉਹਨਾਂ ਦੇ ਇਲੈਕਸ਼ਨ ਕਰਵਾਉਣ ਦੇ ਤਰੀਕੇ ਨੂੰ ਲੈ ਕੇ ਕੋਈ ਅਮੈਂਡਮੈਂਟ ਕਰਨੀ ਹੈ, ਚੇਂਜ ਕਰਨੀ ਹੈ, ਤਾਂ ਉਹਦੇ ਲਈ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਪਲੱਸ ਸਾਰੇ ਸਟੇਟ ਲੈਜਿਸਲੇਚਰਸ ਦੀ ਸਹਿਮਤੀ ਹੋਣੀ ਲਾਜ਼ਮੀ ਹੈ। Extent of executive power of union state, Supreme Court, High Court, distribution of legislative power between union and state, any of the list in
7th schedule, representation of states in parliament, power of parliament to amend the constitution and its procedure, article 368 itself। ਜੇ ਇਸੇ ਆਰਟੀਕਲ ਨਾਲ ਰਿਲੇਟਡ ਕੋਈ ਗੱਲ ਹੈ ਤਾਂ ਵੀ ਆਪਾਂ ਨੂੰ ਇਹੀ ਵਾਲੀ ਮੈਜੋਰਿਟੀ ਚਾਹੀਦੀ ਹੈ। ਸੋ ਬਿੱਲ ਕਿਵੇਂ ਪਾਸ ਹੁੰਦਾ ਹੈ ਉਹ ਮੈਂ ਤੁਹਾਨੂੰ ਨੋਟਸ ਵਿੱਚ ਐਡ ਕਰ ਦੂੰਗੀ, ਤੁਸੀਂ ਇੱਕ ਵਾਰੀ ਰੀਡ ਆਊਟ ਜ਼ਰੂਰ ਕਰ ਲਿਓ। ਸੋ ਇੰਪੋਰਟੈਂਟ ਐਗਜ਼ਾਮ ਦੇ ਲਈ ਇੱਕ ਤਾਂ ਹੁਣ ਜਿਹੜੀਆਂ ਮੈਂ ਤੁਹਾਨੂੰ ਅਮੈਂਡਮੈਂਟਸ ਕਰਵਾਉਂਗੀ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਨੇ, ਬਾਰ-ਬਾਰ ਰਿਪੀਟ ਹੁੰਦੀਆਂ ਨੇ, ਸੋ ਉਹ ਦੇਖਾਂਗੇ ਆਪਾਂ ਟਿਲ ਲੇਟੈਸਟ ਅਮੈਂਡਮੈਂਟ। ਨਾਲ ਜਿਹੜਾ ਇਹ ਤਰੀਕਾ ਹੈ ਅਮੈਂਡਮੈਂਟ ਕਰਨ ਦਾ, ਕਿਹੜੀ ਪ੍ਰੋਸੀਜਰ ਸਿੰਪਲ ਸਪੈਸ਼ਲ ਦੇ ਨਾਲ ਹੁੰਦੀ ਹੈ ਅਮੈਂਡ, ਉਹ ਬਹੁਤ ਇੰਪੋਰਟੈਂਟ ਹੈ। ਮੈਂ ਇਹਦੇ ਉੱਤੇ ਇਸੇ ਲਈ ਜ਼ਿਆਦਾ ਜ਼ੋਰ ਦੇ ਰਹੀ ਹਾਂ, ਐਮਫਸਿਸ ਦੇ ਰਹੀ ਹਾਂ, ਕਿਉਂਕਿ ਸਟੂਡੈਂਟਸ ਜਦੋਂ ਵੀ ਅਮੈਂਡਮੈਂਟ ਵਾਲਾ ਟੌਪਿਕ ਕਰਦੇ ਨੇ ਇਹ ਭੁੱਲ ਜਾਂਦੇ ਨੇ ਕਿ ਅਸੀਂ ਇਹ ਅਮੈਂਡਮੈਂਟ ਤਿਆਰ ਕਰਨ ਤੋਂ ਪਹਿਲਾਂ ਕਿ ਕਿਹੜੇ ਸਾਲ 'ਚ ਕਿੰਨਵੀਂ ਹੋਈ, ਕੀ ਹੋਈ, ਅਮੈਂਡਮੈਂਟ ਹੈ ਕੀ, ਕਿਵੇਂ ਹੁੰਦੀ ਆ, ਇਹ ਕਨਸੈਪਟ ਜ਼ਰੂਰ ਕਰਨਾ ਹੈ। ਕਿਉਂਕਿ ਐਗਜ਼ਾਮੀਨਰ ਕਈ ਵਾਰੀ ਡਾਇਰੈਕਟਲੀ ਤੁਹਾਨੂੰ ਅਮੈਂਡਮੈਂਟ 'ਚੋਂ ਕੁਐਸਚਨ ਨਹੀਂ ਪਾਉਂਦਾ, ਉਹ ਪਿੱਛੇ ਵਾਲੇ ਜਿਹੜੇ ਮੈਂ 3 ਤਰੀਕੇ ਕਰਾਏ ਨੇ ਉਹਨਾਂ 'ਚੋਂ ਪਾ ਦਿੰਦੇ ਆ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਫਰਸਟ ਅਮੈਂਡਮੈਂਟ ਤੋਂ। 1951 ਦੇ ਵਿੱਚ ਪਹਿਲੀ ਅਮੈਂਡਮੈਂਟ ਚੇਂਜ ਕੀਤੀ ਗਈ ਸੰਵਿਧਾਨ ਦੇ ਅੰਦਰ, ਜਿਹਦੇ ਅੰਦਰ ਇੱਕ ਤਾਂ ਇਹ ਕਿਹਾ ਗਿਆ ਕਿ ਸਟੇਟ ਦੀ ਰਿਸਪੌਂਸਿਬਿਲਟੀ ਹੈ, ਸਰਕਾਰ ਦੀ ਰਿਸਪੌਂਸਿਬਿਲਟੀ ਹੈ ਕਿ ਸੋਸ਼ਲੀ ਤੇ ਬੈਕਵਰਡ ਕਲਾਸਿਸ ਨੇ, ਜਿਹੜੀਆਂ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਨੇ, ਉਹਨਾਂ ਦੇ ਲਈ ਪ੍ਰੋਪਰ ਅਲੱਗ ਤੋਂ ਪ੍ਰੋਵੀਜ਼ਨਸ ਲਿਆਂਦੀਆਂ ਜਾਣ। ਫਿਰ ਨੌਵਾਂ ਸ਼ਡਿਊਲ ਐਡ ਕੀਤਾ ਗਿਆ, ਇਹ ਬਾਰ-ਬਾਰ ਪੇਪਰ 'ਚ ਕੁਐਸਚਨ ਆਉਂਦਾ ਹੈ, ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। MCQ ਦੀ ਫਾਰਮਸ ਤੁਹਾਨੂੰ ਇਹ ਕੁਐਸਚਨ ਡੈਫੀਨੇਟਲੀ ਕਿਸੇ ਨਾ ਕਿਸੇ ਪੇਪਰ 'ਚ ਦੇਖਣ ਨੂੰ ਮਿਲ ਜਾਂਦਾ ਕਿ ਨੌਵਾਂ ਸ਼ਡਿਊਲ ਕਿਹੜੀ ਅਮੈਂਡਮੈਂਟ ਨਾਲ ਐਡ ਕੀਤਾ। ਸੋ ਤੁਸੀਂ ਯਾਦ ਰੱਖਣਾ ਹੈ ਨੌਵਾਂ ਸ਼ਡਿਊਲ ਪਹਿਲੀ ਅਮੈਂਡਮੈਂਟ ਜੋ ਹੋਈ ਸੀ ਸਾਲ 1951 'ਚ। ਉਸ ਤੋਂ ਬਾਅਦ Fourth Amendment 1958 included some more acts in 9th schedule। 17th Amendment ਨੇ 44 ਹੋਰ ਐਕਟ ਐਡ ਕਰਤੇ ਸੀ 9ਵੇਂ ਸ਼ਡਿਊਲ ਦੇ ਅੰਦਰ। ਜਿਹੜੀ 29th Amendment ਸੀ ਉਹਨੇ 2 ਕੇਰਲਾ ਦੇ ਐਕਟ ਲੈਂਡ ਰਿਫਾਰਮ ਨਾਲ 9ਵੇਂ ਸ਼ਡਿਊਲ 'ਚ ਐਡ ਕੀਤੇ, ਤੇ 34ਵੇਂ Amendment ਨੇ 20 ਹੋਰ ਲੈਂਡ ਟੈਨਿਓਰ ਤੇ ਲੈਂਡ ਰਿਫਾਰਮ ਵਾਲੇ ਐਕਟ ਐਡ ਕੀਤੇ 9ਵੇਂ ਸ਼ਡਿਊਲ ਦੇ ਅੰਦਰ। ਸੋ ਇਹ ਤਾਂ ਗੱਲ ਹੋ ਗਈ ਕਿ ਕਿਹੜੇ ਅਲੱਗ-ਅਲੱਗ ਹੋਰ ਅਮੈਂਡਮੈਂਟ ਦੇ ਨਾਲ 9ਵੇਂ ਸ਼ਡਿਊਲ ਦੇ ਵਿੱਚ ਐਕਟ ਐਡ ਕੀਤੇ। 9ਵਾਂ ਸ਼ਡਿਊਲ ਆਪਣੇ ਆਪ ਕਦੋਂ ਆਇਆ? ਇਹ ਆਇਆ 1951 'ਚ। 3 ਹੋਰ ਗਰਾਊਂਡਸ ਜਿਹੜੇ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਉੱਤੇ ਰਿਸਟ੍ਰਿਕਸ਼ਨ ਲਗਾਉਂਦੇ ਨੇ ਕਿ ਕਿਸ ਲੈਵਲ ਤੱਕ ਇਹ ਫਰੀडम ਇੰਜੋਏ ਕਰ ਸਕਦੇ ਆ, ਆਰਟੀਕਲ 19(1) ਇਹਦੇ ਵਿੱਚ ਐਡ ਕੀਤੇ। ਇਸ ਅਮੈਂਡਮੈਂਟ ਨੇ ਪਬਲਿਕ ਆਰਡਰ, ਫ੍ਰੈਂਡਲੀ ਰਿਲੇਸ਼ਨ ਵਿਦ ਫੋਰਨ ਸਟੇਟ, ਇਨਸਾਈਟਮੈਂਟ ਟੂ ਐਨ offense, introduce the validity of states move to nationalize any business trade and the same to not be invalid on the ground of violation of right to trade and business। Second Amendment 1952 ਵਿੱਚ ਹੋਈ। Scale of representation in Lok Sabha was readjusted। ਇਹਦੇ ਚ ਕਿਹਾ ਗਿਆ ਸੀ ਕਿ ਇੱਕ ਮੈਂਬਰ 7.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੈਪਰੈਜ਼ੈਂਟ ਕਰ ਸਕਦਾ ਹੈ। ਉਸ ਤੋਂ ਬਾਅਦ ਸੀ 7ਵੀਂ ਅਮੈਂਡਮੈਂਟ 1956 ਦੀ। ਇਹਦੇ ਵਿੱਚ ਕਿਹਾ ਗਿਆ ਕਿ 2 ਤੋਂ ਜ਼ਿਆਦਾ ਸਟੇਟਸ ਦੀ ਇੱਕ ਕਾਮਨ ਹਾਈ ਕੋਰਟ ਹੋ ਸਕਦੀ ਹੈ, ਜਿਵੇਂ ਪੰਜਾਬ ਹਰਿਆਣਾ ਦੀ ਹੈ, ਨਾਲ ਚੰਡੀਗੜ੍ਹ ਦੀ ਹੈ। ਸੋ ਇਹ ਚੀਜ਼ ਆਈ। ਉਸ ਤੋਂ ਬਾਅਦ ਕਲਾਸ ABCD ਜਿਹੜੀ ਡਿਵੀਜ਼ਨ ਸੀ ਸਟੇਟਸ ਦੀ, ਇਹਨੂੰ ਰੱਦ ਕਰਤਾ ਕਿਉਂਕਿ ਇਸ ਸਮੇਂ ਪੰਜਾਬ ਰੀਆਰਗਨਾਈਜੇਸ਼ਨ ਦੀ ਗੱਲ ਹੋ ਗਈ ਸੀ, ਪੈਪਸੂ ਵਗੈਰਾ ਸੀ ਜਿਹੜੇ, ਉਹ ਐਕਟ ਆ ਚੁੱਕੇ ਸੀ। ਸੋ ਉਸ ਤੋਂ ਬਾਅਦ ਇਹ 7th ਅਮੈਂਡਮੈਂਟ ਸੀ ਜਿਹੜੀ, ਇਹਨੇ ਇਹ ਕਲਾਸ ਡਿਵੀਜ਼ਨ ਚੇਂਜ ਕਰਤੀ ਕਿਉਂਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ ਸਟੇਟ ਸੀ ਆਜ਼ਾਦੀ ਤੋਂ ਬਾਅਦ ਉਹ ਆਪਣੇ ਆਪ ਨੂੰ ਰੀਆਰਗਨਾਈਜ਼ ਕਰਨ ਦੇ ਸਟੈਪਸ ਚੱਕ ਰਹੀਆਂ ਸੀ। ਦੈਨ ਇੰਟਰੋਡਕਸ਼ਨ ਆਫ UTs। 9th Amendment 1960 adjustment to Indian territory as a result of an agreement with Pakistan, Indo-Pak Agreement 1958, cessation of Indian territory of Beruberi Union, West Bengal to Pakistan। 12th Amendment ਦੇ ਅੰਦਰ ਗੋਆ, ਦਮਨ ਐਂਡ ਦੀਊ ਨੂੰ ਭਾਰਤ ਦੇ ਵਿੱਚ ਲਿਆ ਗਿਆ, ਇੰਡੀਅਨ ਯੂਨੀਅਨ ਦੇ ਵਿੱਚ ਐਡ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਬ੍ਰਿਟਿਸ਼ ਵਾਲੀਆਂ ਜਿਹੜੀਆਂ ਕਲੋਨੀ ਸੀਗੀਆਂ ਉਹੀ ਬਣ ਕੇ ਰਹਿ ਰਹੀਆਂ ਸੀ। ਸੋ ਆਫੀਸ਼ੀਅਲੀ ਗੋਆ, ਦਮਨ, ਦੀਊ ਨੂੰ ਐਜ਼ ਯੂਨੀਅਨ ਟੈਰੀਟਰੀ ਭਾਰਤ ਦੇ ਅੰਦਰ ਐਡ ਕੀਤਾ ਗਿਆ। ਉਸ ਤੋਂ ਬਾਅਦ 1962 ਦੀ 13ਵੀਂ ਅਮੈਂਡਮੈਂਟ ਦੇ ਨਾਲ ਨਾਗਾਲੈਂਡ ਨੂੰ ਸਪੈਸ਼ਲ ਸਟੇਟਸ ਦਿੱਤਾ, ਆਰਟੀਕਲ 371A ਦੇ ਅੰਦਰ। 14th Amendment ਪੌਂਡੀਚੇਰੀ ਨੂੰ ਭਾਰਤ ਦੇ ਵਿੱਚ ਐਡ ਕੀਤਾ। ਸਭ ਤੋਂ ਬਾਅਦ ਵਿੱਚ ਐਂਡ ਵਿੱਚ ਪੌਂਡੀਚੇਰੀ ਹੀ ਇੰਡੀਅਨ ਯੂਨੀਅਨ ਦੇ ਵਿੱਚ ਐਡ ਹੋਈ ਸੀ ਫਰੋਮ ਬ੍ਰਿਟਿਸ਼ ਕਲੋਨੀਜ਼। Union territories of Himachal, Manipur, Tripura, Goa, Daman and Diu, Puducherry
were provided with ਇੰਨਾ ਸਾਰੀਆਂ ਯੂਨੀਅਨ ਟੈਰੀਟਰੀਜ਼ ਨੂੰ ਲੈਜਿਸਲੇਚਰ ਤੇ ਕਾਉਂਸਲ ਆਫ ਮਿਨਿਸਟਰ ਦਿੱਤੇ ਗਏ 19ਵੀਂ ਅਮੈਂਡਮੈਂਟ 1966 ਸਿਸਟਮ ਆਫ ਇਲੈਕਸ਼ਨ ਟ੍ਰਿਬਿਊਨਲ ਅਬੋਲਿਸ਼ ਕਰਤਾ ਹਾਈ ਕੋਰਟ ਨੂੰ ਸਾਰੀ ਦੀ ਸਾਰੀ ਪਾਵਰ ਦੇਤੀ ਸੀ ਇਲੈਕਸ਼ਨ ਪਟੀਸ਼ਨਸ ਨੂੰ ਹੈਂਡਲ ਕਰਨ ਦੀ 1967 21st ਅਮੈਂਡਮੈਂਟ ਸਿੰਧੀ ਭਾਸ਼ਾ ਨੂੰ 8ਵੇਂ ਸ਼ਡਿਊਲ ਦੇ ਅੰਦਰ ਐਡ ਕੀਤਾ ਜਿਹਦੇ ਅੰਦਰ ਆਪਾਂ ਰੀਜਨਲ ਜਿਹੜੀਆਂ ਸੰਵਿਧਾਨਿਕ ਲੈਂਗੁਏजेस ਨੇ ਕਨਸਟੀਟਿਊਸ਼ਨਲ ਲੈਂਗੁਏजेस ਨੇ ਸ਼ਡਿਊਲਡ ਲੈਂਗੁਏजेस ਨੇ ਉਹਨਾਂ ਦੀ ਗੱਲ ਕਰਦੇ ਆ ਸੋ ਸਿੰਧੀ ਨੂੰ ਐਡ ਕਰਤਾ 24ਵੀਂ ਅਮੈਂਡਮੈਂਟਸ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਅਮੈਂਡਮੈਂਟ ਬਿੱਲ ਨੂੰ ਲੈ ਕੇ ਕਿ ਜੋ ਵੀ ਕਨਸਟੀਟਿਊਸ਼ਨ ਦੇ ਵਿੱਚ ਚਾਹੇ ਸਿੰਪਲ ਚਾਹੇ ਸਪੈਸ਼ਲ ਮੈਜੋਰਟੀ ਨਾਲ ਅਮੈਂਡਮੈਂਟ ਹੋ ਰਹੀ ਹੈ ਉਹਦੇ ਲਈ ਜਿਹੜਾ ਬਿੱਲ ਆ ਉਸ ਬਿੱਲ ਨੂੰ ਪ੍ਰੋਪਰ ਪਾਸ ਕਰਵਾਉਣ ਦੇ ਲਈ ਲਾਗੂ ਕਰਵਾਉਣ ਦੇ ਲਈ ਰਾਸ਼ਟਰਪਤੀ ਦੀ ਅਸੈਂਟ ਹੋਣਾ ਕੰਪਲਸਰੀ ਹੈ ਲਾਜ਼ਮੀ ਹੈ 25ਵੀਂ ਅਮੈਂਡਮੈਂਟ ਫੰਡਾਮੈਂਟਲ ਰਾਈਟ ਟੂ ਪ੍ਰਾਪਰਟੀ ਨੂੰ ਖਤਮ ਕਰਤਾ 26ਵੀਂ ਅਮੈਂਡਮੈਂਟ ਪ੍ਰਿਵੀ ਪਰਸ ਪ੍ਰਿਵਿਲੇजेस ਆਫ ਫਾਰਮਰ ਰੂਲਰਸ ਆਫ ਪ੍ਰਿੰਸਲੀ ਸਟੇਟਸ ਵਰ ਅਬੋਲਿਸ਼ ਜਿਹੜੀ ਇਹ 25th ਅਮੈਂਡਮੈਂਟ ਹੈ ਇਹ ਪੇਪਰ ਲਈ ਬਹੁਤ ਇੰਪੋਰਟੈਂਟ ਹੈ ਇਹ ਬਾਰ-ਬਾਰ ਪੇਪਰ 'ਚ ਪੁੱਛੀ ਜਾਂਦੀ ਹੈ ਸੋ ਇਹ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਫੰਡਾਮੈਂਟਲ ਰਾਈਟ ਪ੍ਰਾਪਰਟੀ ਵਾਲਾ ਕਿਸ 'ਚ ਖਤਮ ਕੀਤਾ ਤੇ ਫੰਡਾਮੈਂਟਲ ਰਾਈਟਸ ਜਿਹੜਾ ਪ੍ਰਾਪਰਟੀ ਵਾਲਾ ਉਹਦੀ ਬਜਾਏ ਆਰਟੀਕਲ 300 ਇਹ ਚੀਜ਼ ਐਡ ਕਰਕੇ ਪ੍ਰਾਪਰਟੀ ਨੂੰ ਅਲੱਗ ਤੋਂ ਇੱਕ ਕਨਸਟੀਟਿਊਸ਼ਨਲ ਰਾਈਟ ਦਾ ਸਟੇਟਸ ਦਿੱਤਾ 31st ਅਮੈਂਡਮੈਂਟ ਲੋਕ ਸਭਾ ਦੀਆਂ ਸੀਟਸ ਨੂੰ 525 ਤੋਂ ਵਧਾ ਕੇ 545 ਕਰਤਾ ਸਿੱਕਿਮ ਨੂੰ ਸਟੇਟਸ ਦਿੱਤਾ ਐਸ ਪ੍ਰੋਟੈਕਟੋਰੇਟ ਸਟੇਟ ਜਿਹੜਾ ਦਿੱਤਾ ਹੋਇਆ ਸੀ ਪਹਿਲਾਂ ਉਹ ਰੱਦ ਕਰਤਾ ਤੇ ਹੁਣ ਸਿੱਕਿਮ ਨੂੰ ਸਟੇਟਸ ਦੇਤਾ ਸੀ ਐਸੋਸੀਏਟ ਸਟੇਟ ਆਫ ਇੰਡੀਆ ਦਾ 35ਵੀਂ ਅਮੈਂਡਮੈਂਟ 1974 ਦੇ ਅੰਦਰ ਫਿਰ ਅਗਲੇ ਹੀ ਸਾਲ 36th ਅਮੈਂਡਮੈਂਟ ਕਰਕੇ ਜਿਹੜਾ ਇਹ ਐਸੋਸੀਏਟ ਸਟੇਟ ਵਾਲਾ ਕਿ ਭਾਰਤ ਦੇ ਹੀ ਨਾਲ ਲੱਗਦੀ ਸਟੇਟ ਹੈ ਉਹਨੂੰ ਹਟਾ ਕੇ ਪੂਰੀ ਤਰ੍ਹਾਂ ਆਫੀਸ਼ੀਅਲੀ ਫੁੱਲ ਫਲੈਜਡ ਇੰਡੀਆ ਦੀ ਹੀ ਸਟੇਟ ਡਿਕਲੇਅਰ ਕਰਤਾ ਕਿ ਸਿੱਕਿਮ ਭਾਰਤ ਦਾ ਹੀ ਹਿੱਸਾ ਹੈ ਸੋ ਇਹ ਦੋ ਅਮੈਂਡਮੈਂਟ ਵੀ ਤੁਸੀਂ ਯਾਦ ਕਰਨੀਆਂ ਨੇ 40th amendment 1976 parliament was empowered to specify from time to time limits of territorial water continental shelf exclusive economic zone maritime zone ਜੇ ਆਪਾਂ ਸੀ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਤਾਂ ਕਿੱਥੋਂ ਤੱਕ ਦਾ ਪਾਣੀ ਹੈ ਕਿੰਨੇ ਏਰੀਆ ਦਾ ਹੈ ਜਿਹੜਾ ਭਾਰਤ ਦੇ ਅੰਦਰ ਆਉਂਦਾ ਆਪਣੀ ਜੂਰਿਸਡਿਕਸ਼ਨ ਦੇ ਅੰਦਰ ਆਉਂਦਾ changes in provision by 42nd amendment ਜਿਹਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਆਪਣੇ ਆਪ ਦੇ ਵਿੱਚ ਇੱਕ ਛੋਟਾ ਕਨਸਟੀਟਿਊਸ਼ਨ ਹੈ ਕਿਉਂ ਕਿਉਂਕਿ 42ਵੀਂ ਅਮੈਂਡਮੈਂਟ ਸੀ ਇਹਨੇ ਬਹੁਤ ਜ਼ਿਆਦਾ ਮੇਜਰ ਚੇਂਜਸ ਕੀਤੀਆਂ ਸੀ ਸੰਵਿਧਾਨ ਦੇ ਅੰਦਰ ਕਾਫੀ ਵੱਡੀ ਅਮੈਂਡਮੈਂਟ ਹੋਈ ਸੀ ਸੋ 42nd ਅਮੈਂਡਮੈਂਟ ਦੇ ਨਾਲ ਸਭ ਤੋਂ ਪਹਿਲਾਂ ਤਾਂ ਪ੍ਰੀਐਂਬਲ ਹੈ ਜਿਹੜਾ ਉਹਦੇ ਵਿੱਚ ਤਿੰਨ ਇੰਪੋਰਟੈਂਟ ਵਰਡਸ ਐਡ ਕੀਤੇ ਗਏ ਸੋਸ਼ਲਿਸਟ ਸੈਕੂਲਰ ਇੰਟੈਗ੍ਰਿਟੀ ਇਹ ਹਰ ਪ੍ਰੋਵੀਜ਼ਨ ਜੋ ਅਮੈਂਡਮੈਂਟ ਹੈ 42ਵੀਂ ਅਮੈਂਡਮੈਂਟ ਦੇ ਨਾਲ ਜੋ ਹੋਈ ਹੈ ਹਰ ਇੱਕ ਪੇਪਰ ਦੇ ਲਈ ਇਕੁਅਲ ਇੰਪੋਰਟੈਂਟ ਹੈ ਤੁਹਾਨੂੰ ਉੱਥੇ ਕੋਈ ਵੀ ਪੁੱਛੀ ਜਾ ਸਕਦੀ ਹੈ ਤੇ ਇਹਦਾ ਸਾਲ ਹੈ 1976 ਉਸ ਤੋਂ ਬਾਅਦ 7ਵੇਂ ਸ਼ਡਿਊਲ ਦੇ ਵਿੱਚ ਟ੍ਰਾਂਸਫਰਡ 5 ਸਬਜੈਕਟ ਫਰਮ ਸਟੇਟ ਲਿਸਟ ਟੂ ਕੰਕਰੈਂਟ 5 ਸਬਜੈਕਟ ਸਟੇਟ ਲਿਸਟ ਤੇ ਚੱਕ ਕੇ ਕੰਕਰੈਂਟ ਲਿਸਟ 'ਚ ਦੇਤੇ ਸਟੇਟ ਲਿਸਟ ਉਹ ਸਾਰੇ ਸਬਜੈਕਟ ਨੇ ਜਿੱਥੇ ਸਿਰਫ ਸਟੇਟ ਦਾ ਅਧਿਕਾਰ ਹੈ ਉਹੀ ਰੂਲ ਬਣਾ ਸਕਦੀ ਹੈ ਕੰਕਰੈਂਟ ਜਿੱਥੇ ਸਟੇਟ ਤੇ ਸੈਂਟਰ ਦੋਨਾਂ ਦਾ ਹੈ ਇਹਦੇ 'ਚ ਆ ਗਿਆ ਐਜੂਕੇਸ਼ਨ ਫੋਰੈਸਟ ਵੇਟਸ ਐਂਡ ਮੈਜਰ protection of wild animal bird administration of justice 51A 10 fundamental duties add ਕੀਤੀਆਂ ਭਾਰਤ ਦੇ ਸਿਟੀਜ਼ਨਸ ਦੇ ਲਈ ਸੋ ਫੰਡਾਮੈਂਟਲ ਡਿਊਟੀਜ਼ ਦੇ ਲਈ ਜਿਹੜਾ ਆਰਟੀਕਲ 51A ਹੈ ਇਹ 42ਵੀਂ ਅਮੈਂਡਮੈਂਟ 1976 ਦੇ ਨਾਲ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਪਾਰਲੀਮੈਂਟ made president bound to the advice of cabinet allowed center to deploy central forces in state to deal with conflicting situation of law and order article 257A gave special discretionary power ਕਿਨੂੰ ਲੋਕ ਸਭਾ ਦੇ ਸਪੀਕਰ ਤੇ ਪ੍ਰਾਈਮ ਮਿਨਿਸਟਰ ਨੂੰ ਆਰਟੀਕਲ 329A ਦੇ ਅੰਦਰ ਹੁਣ ਜਿਹੜੇ ਇਹ ਇੰਪੋਰਟੈਂਟ ਆਰਟੀਕਲਸ ਐਡ ਕੀਤੇ ਗਏ ਨੇ ਇਸ ਅਮੈਂਡਮੈਂਟ ਦੇ ਨਾਲ ਇਹ ਆਰਟੀਕਲਸ ਆ ਐਜ਼ ਇਟ ਇਜ਼ ਤੁਹਾਨੂੰ ਨੰਬਰ ਯਾਦ ਹੋਣਾ ਚਾਹੀਦਾ ਹੈ ਦੈਨ ਜੁਡੀਸ਼ੀਅਲ ਪਾਵਰ ਆਫ ਹਾਈ ਕੋਰਟ ਜੁਡੀਸ਼ੀਅਲ ਰਿਵਿਊ ਪਾਵਰ ਸੀ ਜਿਹੜੀ ਹਾਈ ਕੋਰਟ ਦੀ ਉਹਨੂੰ ਖਤਮ ਕਰਤਾ ਆਰਟੀਕਲ 323A 323B ਪਾਰਟ 14A ਪੂਰਾ ਦਾ ਪੂਰਾ ਜਿਹੜਾ ਟ੍ਰਾਈਬਿਊਨਲਸ ਨਾਲ ਡੀਲ ਕਰਦਾ ਉਹ ਵੀ ਐਡ ਹੋਇਆ 42ਵੀਂ ਅਮੈਂਡਮੈਂਟ ਦੇ ਨਾਲ 1976 ਦੈਨ ਡੀਪੀਐਸਪੀ ਨਵੇਂ ਡੀਪੀਐਸਪੀ 3 ਐਡ ਕੀਤੇ ਗਏ ਤੇ ਇੱਕ ਦੇ ਅੰਦਰ ਅਮੈਂਡਮੈਂਟ ਕੀਤੀ ਗਈ to secure opportunities for healthy development of children article 39
promote equal justice, provide free legal aid to the poor, 39A, take steps to secure participation of worker in industry management, 43A, protect improve environment, safeguard forest, 48A। ਤੇ ਜਿਹੜਾ ਇਹ environment ਵਾਲਾ ਇਹ ਬਾਰ-ਬਾਰ ਇਹ ਪੇਪਰਾਂ 'ਚ repeat ਹੁੰਦਾ, so this is very very important। ਇਹ ਤੁਸੀਂ ਧਿਆਨ 'ਚ ਰੱਖਣਾ ਕਿ ਕਿਹੜਾ ਆਰਟੀਕਲ ਹੈ DPSP ਹੈ ਜਿਹੜਾ environment ਨਾਲ related ਹੈ, so that is 48A। ਤੇ ਇਹ ਐਡ ਹੋਇਆ ਸੀ ਸੰਵਿਧਾਨ 'ਚ ਆਇਆ ਸੀ 42ਵੀਂ amendment ਦੇ ਨਾਲ। 44th amendment ਇਹ ਵੀ ਕਾਫੀ ਇੰਪੋਰਟੈਂਟ ਹੈ, ਇਹਦੇ ਨਾਲ ਵੀ ਬਹੁਤ ਹੀ ਜ਼ਿਆਦਾ ਮੇਜਰ ਚੇਂਜਸ ਆਈਆਂ ਸੀ ਸੰਵਿਧਾਨ ਦੇ ਅੰਦਰ। ਪਹਿਲੀ ਚੀਜ਼ ਕਹੀ, ਜੇ ਸੰਵਿਧਾਨ ਦੇ ਬੇਸਿਕ ਸਟਰਕਚਰ ਦੇ ਵਿੱਚ ਕੋਈ ਵੀ ਤਬਦੀਲੀ ਲੈ ਕੇ ਆਉਣੀ ਹੈ, ਸਿਰਫ ਔਰ ਸਿਰਫ ਉਹ ਤੁਸੀਂ ਤਾਂ ਲੈ ਕੇ ਆ ਸਕਦੇ ਹੋ ਜੇ ਭਾਰਤ ਦੇ ਜਿਹੜੇ ਲੋਕ ਨੇ, ਪੀਪਲ ਆਫ ਇੰਡੀਆ ਨੇ, ਉਹ ਮੈਜੋਰਿਟੀ ਵੋਟ ਕਰਨਗੇ ਇੱਕ ਰੈਫਰੈਂਡਮ ਪਾਸ ਕਰਕੇ, ਜਿਹਦੇ ਵਿੱਚ ਪ੍ਰੋਪਰ VOTING ਕਰਵਾਈ ਜਾਊਗੀ ਤੇ ਐਟਲੀਸਟ ਘੱਟੋ ਘੱਟ 51% ਵੋਟਾਂ ਬੇਸਿਕ ਸਟਰਕਚਰ ਜੋ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਹਿੱਤ ਵਿੱਚ ਹੋਵੇ। So any change in the basic structure of constitution, basic structure ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਜੋ ਆਪਾਂ ਸੰਵਿਧਾਨ ਦੇ ਵਿੱਚੋਂ ਅਮੈਂਡਮੈਂਟ ਕਰਕੇ ਵੀ ਪਾਰਲੀਮੈਂਟ ਵੀ ਵੱਖ ਨਹੀਂ ਕਰ ਸਕਦੀ, ਬਦਲ ਨਹੀਂ ਸਕਦੀ, ਜਿਹਦੇ ਉੱਤੇ ਪੂਰਾ ਸੰਵਿਧਾਨ ਟਿਕਿਆ ਹੋਇਆ। ਪਰ 44ਵੀਂ ਅਮੈਂਡਮੈਂਟ ਨੇ ਕਹਿਤਾ ਕਿ ਹੋ ਸਕਦਾ ਹੈ ਬੇਸਿਕ ਸਟਰਕਚਰ ਵਿੱਚ ਚੇਂਜ ਆ ਸਕਦੀ ਹੈ, ਪਰ ਉਹਦਾ ਹੱਕ ਸਿਰਫ ਔਰ ਸਿਰਫ ਆਪਣੇ ਦੇਸ਼ ਦੇ ਲੋਕਾਂ ਕੋਲ ਹੈ, ਨਾਗਰਿਕਾਂ ਕੋਲ ਹੈ। Can be made only if they are approved by the people of India by a majority of votes at a referendum in which at least 51% of the electorate participated। ਘੱਟੋ ਘੱਟ 51% ਲੋਕਾਂ ਨੇ participate ਕੀਤਾ, vote ਕੀਤੀ। Article 368 is being amended to ensure this। 44th Amendment Act ਸੀ ਜਿਹੜਾ 1978 ਦਾ, ਇਹਨੇ ਰਿਵਰਸ ਕਰਤੀ ਜਿਹੜੀ 42ਵੀਂ ਅਮੈਂਡਮੈਂਟ ਦੇ ਅੰਦਰ ਇੱਕ ਇੰਪੋਰਟੈਂਟ ਪ੍ਰੋਵੀਜ਼ਨ ਐਡ ਕੀਤੀ ਸੀ ਕਿ ਜਿਵੇਂ ਵੀ ਚਾਹੇ ਕਨਸਟੀਟਿਊਸ਼ਨ ਸਰਕਾਰ ਬਦਲ ਸਕਦੀ ਹੈ, ਆਪਣੇ ਤਰੀਕੇ ਨਾਲ ਅਮੈਂਡ ਕਰ ਸਕਦੀ ਹੈ, ਉਸ ਚੀਜ਼ ਨੂੰ ਰਿਵਰਸ ਕਰਕੇ ਇਹ ਇੰਪੋਰਟੈਂਟ ਇੱਕ ਨਵੀਂ ਪ੍ਰੋਵੀਜ਼ਨ ਐਡ ਕਰਤੀ। 44ਵੀਂ ਜਿਹੜੀ ਅਮੈਂਡਮੈਂਟ ਹੈ, ਇਹਨੇ ਜਿਹੜੀ ਪਿਛਲੀ 42ਵੀਂ ਅਮੈਂਡਮੈਂਟ ਨੇ ਅਨਜਸਟੀਫਾਈਡ ਪਾਵਰ ਦੇਤੀ ਸੀ ਸਰਕਾਰ ਨੂੰ, ਉਹਨੂੰ ਨਲੀਫਾਈ ਕਰਤਾ, ਰੱਦ ਕਰਤਾ। ਰਾਈਟ ਟੂ ਪ੍ਰਾਪਰਟੀ ਨੂੰ ਫੰਡਾਮੈਂਟਲ ਰਾਈਟ ਦੀ ਲਿਸਟ ਚੋਂ ਹਟਾ ਕੇ ਇਸ ਅਮੈਂਡਮੈਂਟ ਨੇ ਇੱਕ ਅਲੱਗ ਤੋਂ ਲੀਗਲ ਰਾਈਟ ਬਣਾਤਾ ਆਰਟੀਕਲ 300A ਦੇ ਅੰਦਰ। Proclamation of emergency can be issued only when the security of India is threatened by war or external aggression। An emergency can be proclaimed only on the basis of ਜੇ president ਨੂੰ written advice ਦਿੱਤੀ ਜਾਊਗੀ ਕੈਬਨਿਟ ਦੇ ਦੁਆਰਾ, ਸਿਰਫ ਤਾਂ ਹੀ emergency declare ਕੀਤੀ ਜਾ ਸਕਦੀ ਹੈ। Right of the media to report freely and without censorship the proceeding in parliament and state legislature। So media ਨੂੰ ਵੀ important freedom ਦਿੱਤੀ ਗਈ ਇਸ amendment। So next ਹੈ 52nd amendment 1985। ਇਹ ਵੀ ਬਾਰ-ਬਾਰ ਪੇਪਰ ਚ ਆਉਂਦੀ ਹੈ। This is also very very important। ਇਹਦੇ ਨਾਲ 10ਵਾਂ ਸ਼ਡਿਊਲ ਐਂਟੀ ਡਿਫੈਕਸ਼ਨ ਲਾਅ ਐਡ ਕੀਤਾ। 61st amendment ਇਹ ਰੀਸੈਂਟਲੀ ਇੱਕ ਪੇਪਰ ਚ ਆਈ ਹੈ 1989 ਦੀ ਕਿ ਕਿਹੜੀ amendment ਹੈ ਜਿਹਦੇ ਨਾਲ voting age ਜਿਹੜੀ ਯੂਨੀਵਰਸਲ ਐਡਲਟ ਸਫਰੇਜ ਦਾ ਆਪਾਂ ਕਨਸੈਪਟ ਪੜ੍ਹਦੇ ਆ, ਵੋਟ ਕਰਨ ਦਾ ਆਪਾਂ ਨੂੰ ਅਧਿਕਾਰ ਹੈ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ, ਇਹਦੀ ਉਮਰ ਘਟਾ ਕੇ 21 ਤੋਂ 18 ਲੋਕ ਸਭਾ ਤੇ ਲੈਜਿਸਲੇਟਿਵ ਅਸੈਂਬਲੀ ਦੋਨਾਂ ਦੇ ਲਈ ਕੀਤੀ 61st amendment ਨੇ। 65th ਮਲਟੀ ਮੈਂਬਰ ਨੈਸ਼ਨਲ ਕਮਿਸ਼ਨ ਫॉर SC ST ਇਸਟੈਬਲਿਸ਼ ਕੀਤਾ ਤੇ ਇੱਕ ਸਪੈਸ਼ਲ ਆਫਿਸਰ ਦਾ ਆਫਿਸ SC ਤੇ ST ਦਾ ਰਿਮੂਵ ਕਰਤਾ। 69th amendment Union Territory of Delhi was given the special status of NCT of Delhi, National Capital Territory। 70-member Legislative Assembly ਤੇ 7 ਮੈਂਬਰ ਦੇ Council of Minister ਦਿੱਲੀ ਵਿੱਚ establish ਕੀਤੇ। ਇਹ ਵੀ ਬਹੁਤ important ਹੈ। 69 71st 8ਵੇਂ ਸ਼ਡਿਊਲ ਦੇ ਵਿੱਚ ਆਪਾਂ ਨੇ ਪਿੱਛੇ ਪੜਿਆ ਸੀ ਸਿੰਧੀ ਐਡ ਕੀਤੀ। ਸਿੰਧੀ ਤੋਂ ਬਾਅਦ ਕੋਂਕਣੀ, ਮਨੀਪੁਰੀ, ਨੇਪਾਲੀ 71st ਦੇ ਵਿੱਚ ਐਡ ਕੀਤੀਆਂ। ਸੋ ਟੋਟਲ 1992 ਚ 18 official languages ਹੋ ਗਈਆਂ ਸੀ। 73rd very very important, it is related to ਪੰਚਾਇਤੀ ਰਾਜ ਇੰਸਟੀਟਿਊਸ਼ਨ, ਰੂਰਲ ਸੈਲਫ ਗਵਰਨਮੈਂਟ ਵਾਲਾ। ਇਹਦੇ ਨਾਲ ਪਾਰਟ 9 ਐਡ ਹੋਇਆ, 11ਵਾਂ ਸ਼ਡਿਊਲ ਐਡ ਹੋਇਆ ਭਾਰਤ ਦੇ ਸੰਵਿਧਾਨ ਵਿੱਚ। 74th ਦੇ ਨਾਲ ਮਿਊਨਿਸਪੈਲਿਟੀਜ਼, ਅਰਬਨ ਲੋਕਲ ਬਾਡੀ ਪਾਰਟ 9A ਤੇ 12ਵਾਂ ਸ਼ਡਿਊਲ।
उस तो बाद आती है वेरी वेरी इंपॉर्टेंट, ये भी बार बार पेपर पूछी जाती है। वैसे तो जेडे मैं तुहानू अमेंडमेंट से करवा रही हाँ, ये मैं सब तो जेडियां ज्यादा इंपॉर्टेंट ने ਉਹੀ ਤੁਹਾਨੂੰ ਉਰੇ ਪ੍ਰੋਵਾਈਡ ਕਰਵਾ ਰਹੇ ਹਾਂ, ਕਿਉਂਕਿ ਜੇ ਤੁਸੀਂ 1 ਤੋਂ ਲੈ ਕੇ 105 ਤੱਕ ਸਾਰੀਆਂ ਪੜੋਗੇ ਉਹ ਤੁਹਾਡੇ ਲਈ ਵੇਸਟੇਜ ਆਫ ਟਾਈਮ ਹੋਗਾ। ਇਟ ਇਜ਼ ਨਾਟ ਪੋਸੀਬਲ ਫॉर ਯੂ ਟੂ ਗੋ ਥਰੂ ਈਚ ਐਂਡ ਐਵਰੀ ਪ੍ਰੋਵੀਜ਼ਨ, ਜਿਹੜੀਆਂ ਅਨਇੰਪੋਰਟੈਂਟ ਨੇ, ਜਿਹੜੀਆਂ ਪੇਪਰ ਦੇ ਵਿੱਚ ਨਹੀਂ ਪੁੱਛੀਆਂ ਜਾ ਸਕਦੀਆਂ। ਸੋ ਇਸ ਲਈ ਮੈਂ ਟਰਾਈ ਕਰ ਰਹੀ ਹਾਂ ਆਪਣੇ ਵੱਲੋਂ ਕਿ ਜਿੰਨਾ ਜ਼ਿਆਦਾ ਹੋ ਸਕੇ ਮੈਂ ਸਿਰਫ ਔਰ ਸਿਰਫ ਤੁਹਾਨੂੰ ਰੈਲੇਵੈਂਟ ਕੰਟੈਂਟ ਹੀ ਪ੍ਰੋਵਾਈਡ ਕਰਾਂ, ਸੋ ਦੈਟ ਤੁਹਾਡਾ ਪੇਪਰ ਦੇ ਵਿੱਚ ਜਿਹੜਾ ਟਾਈਮ ਵੇਸਟੇਜ ਹੈ ਉਹ ਨਾ ਹੋਵੇ, ਤੁਹਾਡੀ ਤਿਆਰੀ ਸਹੀ ਹੋ ਸਕੇ ਤੇ ਤੁਸੀਂ ਪੇਪਰ ਨੂੰ ਇੱਕ ਸਹੀ ਅਪਰੋਚ ਦੇ ਨਾਲ ਅਟੈਂਪਟ ਕਰ ਸਕੋ। ਸੋ 86th ਅਮੈਂਡਮੈਂਟ ਹੈ ਜਿਹੜੀ 2002 ਦੀ, ਇਹਦੇ ਅੰਦਰ ਐਲੀਮੈਂਟਰੀ ਐਜੂਕੇਸ਼ਨ ਨੂੰ ਇੱਕ ਮੌਲਿਕ ਅਧਿਕਾਰ ਬਣਾਤਾ ਕਿ ਹਰ ਬੱਚਾ ਜੋ 6 ਤੋਂ 14 ਸਾਲ ਤੱਕ ਦਾ ਹੈ ਉਹਨੂੰ ਫ੍ਰੀ ਤੇ ਕੰਪਲਸਰੀ ਪੜ੍ਹਾਈ ਲੈਣ ਦਾ ਪੂਰਾ ਹੱਕ ਹੈ, ਉਹਨੂੰ ਮਿਲੂਗੀ ਹੀ ਮਿਲੂਗੀ। ਇਹਦੇ ਲਈ 51A ਇਹਦੇ ਅੰਦਰ ਇੱਕ ਨਵੀਂ ਫੰਡਾਮੈਂਟਲ ਡਿਊਟੀ ਐਡ ਕਰਤੀ। It shall be the duty of every citizen of India who is parent or guardian to provide opportunities for education to his child or ward। age ਕਿੰਨੀ ਹੈ? 6 ਤੋਂ 14 ਸਾਲ। ਇਹ age as it is ਤੁਸੀਂ ਯਾਦ ਰੱਖਣੀ ਹੈ, Amendment Act 2002। 88th Amendment, provision of service tax was made under Article 268A। 2003 ਵਿੱਚ 92nd ਅਮੈਂਡਮੈਂਟ ਕਰਕੇ ਹੋਰ 4 ਲੈਂਗੁਏजेस ਨੂੰ ਐਡ ਕਰਤਾ 8ਵੇਂ ਸ਼ਡਿਊਲ ਤੇ 18 ਤੋਂ ਵੱਧ ਕੇ ਹੁਣ ਹੋ ਗਈਆਂ 22। ਬੋਡੋ, ਡੋਗਰੀ, ਮੈਥਲੀ, ਸੰਥਲੀ, ਇਹ ਇਸੇ ਤਰ੍ਹਾਂ ਤੁਸੀਂ ਯਾਦ ਰੱਖਣੀ ਹੈ। 95ਵੀਂ ਅਮੈਂਡਮੈਂਟ extended the reservation of seats for SC ST special representation of Anglo Indian ਹੋਰ 10 ਸਾਲਾਂ ਦੇ ਲਈ 2020 ਤੱਕ। ਆਰਟੀਕਲ 334 ਇਸ ਚੀਜ਼ ਨਾਲ ਡੀਲ ਕਰਦਾ ਹੈ। 97th amendment very very important, ਇਹ ਜਦੋਂ ਮੈਂ ਤੁਹਾਨੂੰ salient feature ਕਰਵਾਏ ਉਹਦਾ ਲਾਸਟ 18ਵਾਂ ਫੀਚਰ ਕੀਤਾ ਸੀ, ਉਹਦੇ ਵਿੱਚ ਵੀ ਡਿਸਕਸ ਕੀਤੀ। ਸੋ ਕੋਆਪਰੇਟਿਵ ਸੁਸਾਇਟੀਜ਼ ਨੂੰ ਕਨਸਟੀਟਿਊਸ਼ਨਲ ਸਟੇਟਸ ਦੇਤਾ ਇਸ ਅਮੈਂਡਮੈਂਟ ਨੇ। ਆਰਟੀਕਲ 19 ਰਾਈਟ ਟੂ ਫਾਰਮ ਕੋਆਪਰੇਟਿਵ ਸੁਸਾਇਟੀ, ਇਹਨੂੰ ਫੰਡਾਮੈਂਟਲ ਰਾਈਟ ਬਣਾਤਾ। ਇੱਕ ਨਵੀਂ ਡੀਪੀਐਸਪੀ ਐਡ ਕਰਤੀ 43B, ਅਲੱਗ ਤੋਂ ਪੂਰਾ ਦਾ ਪੂਰਾ ਇੱਕ ਪਾਰਟ ਐਡ ਕਰਤਾ ਮਿਊਨਿਸਪੈਲਿਟੀਜ਼ ਵਾਲੇ ਪਾਰਟ ਤੋਂ ਬਾਅਦ 9ਵਾਂ B। ਫਿਰ ਹੈ 100th ਅਮੈਂਡਮੈਂਟ, ਇਹ ਜਿਹੜੀਆਂ ਹੁਣ ਲਾਸਟ ਵਾਲੀ ਅਮੈਂਡਮੈਂਟ ਨੇ 5-6, ਇਹ ਤਾਂ ਤੁਸੀਂ ਸਾਰੀਆਂ ਦੇ ਸਾਰੀਆਂ ਡੈਫੀਨੇਟਲੀ ਪੇਪਰ ਲਈ ਕਰਕੇ ਜਾਣੀਆਂ ਨੇ, ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਮੋਸਟ ਐਕਸਪੈਕਟਿਡ ਕੁਐਸਚਨ ਨੇ ਹਰ ਪੇਪਰ ਲਈ। To pursue land boundary agreement 1974 between India Bangladesh, ਕੁਝ ਕਨਕਲੇਵਸ ਆਪਸ ਦੇ ਵਿੱਚ ਐਕਸਚੇਂਜ ਕੀਤੇ ਸੀ। Provision relating to territories of 4 states in the first schedule of Indian Constitution Amendment, ਤੇ ਉਹ ਨੇ असम, वेस्ट बंगाल, मेघालय जिवें। फिर आउंदी है 101st अमेंडमेंट, GST इंट्रोड्यूस किया, गुड्स एंड सर्विसेज टैक्स, वेरी वेरी इंपॉर्टेंट, बार बार पेपर पूछा जाता कि GST केड़ी अमेंडमेंट दे नाल ऐड किया। सो वो है साल 2016 101st अमेंडमेंट। 102 अमेंडमेंट 2018 दी, इन्हें नैशनल कमीशन है जिहड़ा बैकवर्ड क्लासेस दा, इस तो पहला तक SC ST ਦੇ ਆਪਾਂ ਨੇ ਨੈਸ਼ਨਲ ਕਮਿਸ਼ਨ ਦੀ ਗੱਲ ਕੀਤੀ, ਹੁਣ ਬੈਕਵਰਡ ਕਲਾਸ ਦਾ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਨੂੰ ਵੀ ਕਨਸਟੀਟਿਊਸ਼ਨਲ ਸਟੇਟਸ ਦਿੱਤਾ ਗਿਆ। 2019 103 ਅਮੈਂਡਮੈਂਟ, ਇਹਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਨੇ। ਉਰੇ ਕੋਈ ਆਪਾਂ ਰਿਲੀਜਨ ਦੇ ਬੇਸ ਤੇ ਗੱਲ ਨਹੀਂ ਕਰ ਰਹੇ, ਉਰੇ ਆਪਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰਦੇ ਆ, ਜਿਹੜੇ ਲੋਕ ਪੈਸੇ ਦੇ ਵਜੋਂ ਵੀਕ ਨੇ। मैक्सिमम ऑफ 10% रिजर्वेशन ਉਹਨਾਂ ਨੂੰ ਦਿੱਤੀ ਜਾਊਗੀ ਅਦਰ ਦੈਨ ਕਲਾਸਿਸ, ਜਿਹੜੀਆਂ ਕਲਾਸਿਸ ਆਰਟੀਕਲ 15 ਦੇ 4 ਤੇ 5 ਕਲੌਜ਼ਸ ਵਿੱਚ ਆਉਂਦੀਆਂ ਨੇ, ਉਹਨਾਂ ਤੋਂ ਇਲਾਵਾ ਬਾਕੀਆਂ ਨੂੰ ਦਿੱਤੀ ਜਾਊਗੀ। ਸੋ ਇਹ ਕਲਾਸਿਸ ਮਤਲਬ ਜਿਹੜੀ ਇਹ ਰਿਜ਼ਰਵੇਸ਼ਨ ਹੋਗੀ, ਇਹ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ ਤੇ ਜਿਹੜੇ ਸੋਸ਼ਲੀ ਐਜੂਕੇਸ਼ਨਲੀ ਬੈਕਵਰਡ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਰਹਿ ਗਏ, ਸੋ ਇਹਦੇ ਵਿੱਚ ਸਿਰਫ ਜਨਰਲ ਕੈਟਾਗਰੀ ਵਾਲੇ ਆ ਗਏ, ਉਹਨਾਂ ਨੂੰ 10% ਇਕਨੋਮਿਕਲੀ ਵੀਕਰ ਸੈਕਸ਼ਨ ਦੇ ਤੌਰ ਉੱਤੇ ਰਿਜ਼ਰਵੇਸ਼ਨ ਦਿੱਤੀ ਜਾਊਗੀ ਤੇ ਇਹ ਜਿਹੜੀ ਆਲਰੇਡੀ ਮੌਜੂਦਾ 50% ਵਾਲਾ ਕ੍ਰਾਈਟੇਰੀਆ ਉਹਦੇ ਤੋਂ ਇਲਾਵਾ ਹੈ, ਐਡੀਸ਼ਨਲ ਹੈ। 104th ਅਮੈਂਡਮੈਂਟ 2020 ਦੀ, ਜਿਹੜੀ ਡੈਡਲਾਈਨ ਸੀ ਸੀਟਸ ਰਿਜ਼ਰਵ ਕਰਨ ਦੀ SC ST ਦੀਆਂ ਲੋਕ ਸਭਾ ਦੇ ਵਿੱਚ, ਉਹਨਾਂ ਨੂੰ ਐਕਸਟੈਂਡ ਕਰਤਾ 70 ਇਅਰਸ ਤੋਂ 80 ਤੱਕ ਕਰਤਾ। ਉਸ ਤੋਂ ਬਾਅਦ ਇੱਕ ਜਿਹੜੀਆਂ 2 ਇੰਪੋਰਟੈਂਟ ਸੀਟਸ ਹੁੰਦੀਆਂ ਸੀ ਪਹਿਲਾਂ ਐਂਗਲੋ ਇੰਡੀਅਨ ਕਮਿਊਨਿਟੀ ਦੇ ਲਈ ਰਿਜ਼ਰਵਡ, ਉਹਨਾਂ ਨੂੰ ਇਸ ਅਮੈਂਡਮੈਂਟ ਨੇ ਖਤਮ ਕਰਤਾ। ਸੋ ਐਕਸਟੈਂਡ ਕੀ ਕੀਤਾ,
Deadline for cessation of seats for SC/ST, ਸੋ ਲੋਕ ਸਭਾ ਤੇ ਸਟੇਟ ਅਸੈਂਬਲੀ ਵਿੱਚ SC/ST ਦੀਆਂ ਸੀਟਸ ਰਿਜ਼ਰਵ ਰਹਿਣਗੀਆਂ। ਇਹ ਚੀਜ਼ ਹੋਰ 10 ਸਾਲਾਂ ਲਈ ਕੰਟੀਨਿਊ ਕਰਤੀ, ਪਰ ਜਿਹੜੀ ਐਂਗਲੋ ਇੰਡੀਅਨ ਕਮੇਟੀ ਦੀਆਂ ਰਿਜ਼ਰਵਡ ਸੀਟ ਸੀਗੀਆਂ ਉਹਨਾਂ ਨੂੰ ਰਿਮੂਵ ਕਰਤਾ। ਲੋਕ ਸਭਾ ਤੇ ਸਟੇਟ ਅਸੈਂਬਲੀ ਦੋਨਾਂ ਵਿੱਚੋਂ ਇਹ ਇੰਪੋਰਟੈਂਟ ਪ੍ਰੋਵੀਜ਼ਨ ਯਾਦ ਰੱਖਣੀ ਹੈ। ਸੋ ਉਸ ਤੋਂ ਬਾਅਦ ਆਉਂਦੀ ਹੈ ਸਭ ਤੋਂ ਲੇਟੈਸਟ 2021 ਦੀ 105th ਕਨਸਟੀਟਿਊਸ਼ਨਲ ਅਮੈਂਡਮੈਂਟ, ਜਿਹਨੇ ਰੀਸਟੋਰ ਕੀਤੀ ਹੈ ਸਟੇਟ ਗਵਰਨਮੈਂਟ ਦੇ ਕੋਲ ਪਾਰ ਕਿ ਉਹ ਆਪਣੀ ਸਟੇਟ ਦੀ ਇੱਕ ਲਿਸਟ ਤਿਆਰ ਕਰ ਸਕਦੇ ਨੇ ਜਿਹਦੇ ਵਿੱਚ ਉਹ ਦੱਸਣਗੇ ਕਿ ਸੋਸ਼ਲੀ ਤੇ ਐਜੂਕੇਸ਼ਨਲੀ ਬੈਕਵਰਡ ਕਲਾਸ ਉਸ ਸਟੇਟ ਦੀ ਕਿਹੜੀ ਹੈ। As per Supreme Court 102 Constitutional Amendment Act implied that state governments did not have the authority to identify the socially and educationally backward class। ਇਸ ਪਾਵਰ ਨੂੰ ਰੀਸਟੋਰ ਕਰਨ ਦੇ ਲਈ ਇਹ ਅਮੈਂਡਮੈਂਟ ਪਾਸ ਕੀਤੀ ਗਈ। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ। I hope you understood all concepts well. Keep supporting. Thank you and good luck.